ज्यों भावै त्यों राख मेरे साहिब, मैं तुद बिन अवर न कोई। मैं ताण दीवान तू है मेरे स्वामी, मैं तुझे आगे अरदास। मैं होर थाऊं नाही जिस पह करूं बिनती, मेरा दुख सुख तुझ ही पास। सतनाम वाहिगुरु साहिब जीओ। सोरठ महला चौथा। आपे ही सब आप है प्यारा, आपे थापे उथापै, आपे वेख विगसदा प्यारा, कर चोज वेखै प्रभ आपै, आपे वन तिन सब तुम्हें प्यारा, आपे गुरमुख जापै। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪ੍ਰੀਤ ਜੋੜਦੇ ਹੋਏ ਆਪ ਨਿਤਾ ਪ੍ਰਤੀ ਆਪਣੇ ਮਨ ਨੂੰ ਘੜਨ ਦੀ ਸਤਿਗੁਰ ਜੀ ਪਾਸੋਂ ਜਾਚ ਸਿੱਖ ਰਹੇ ਹੋ। ਆਪ ਸੰਗਤ ਸੱਚੀ ਮੁੱਚੀ ਵੱਡੇ ਭਾਗਾਂ ਵਾਲੇ ਹੋ। ਸਾਡੇ ਕਹਿਣ ਅਖਾਉਣ ਵਾਲਿਆਂ ਨਾਲੋਂ ਤੇ ਲੱਖ ਗੁਣਾ ਚੰਗੇ ਹੋ। ਸਤਿਗੁਰ ਜੀ ਦੀ ਇਹ ਕਲਾ ਇਸ ਮੁਕੱਦਸ ਦਰਬਾਰ ਦੇ ਵਿੱਚ ਆਪ ਸੰਗਤ ਸ਼ਬਦ ਪਾਰਖੂ ਹੋ, ਰਤਨ ਦੀ ਪਛਾਣ ਕਰਨ ਵਾਲੇ ਹੋ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪ ਸੰਗਤਾਂ ਦੇ ਬਾਬਤ ਹੀ ਅੱਜ ਦੇ ਜਿਹੜੇ ਸ਼ਬਦਾਂ ਦੀ ਲੜੀ ਹੈ ਉਹਦੀ ਵਿਚਾਰ ਰੱਖੀ ਹੈ ਕਿ ਜਿਹੜਾ ਸੰਗਤ ਦੇ ਵਿੱਚ ਬੈਠ ਕੇ ਟਿਕ ਕੇ ਸਤਿਗੁਰ ਜੀ ਦੇ ਸ਼ਬਦ ਨਾਲ ਰੂਬਰੂ ਕਰ ਲੈਂਦਾ ਹੈ, ਸਾਂਝ ਪਾ ਲੈਂਦਾ ਹੈ, ਉਹਨੂੰ ਇਹ ਪਤਾ ਲੱਗ ਜਾਂਦਾ ਹੈ ਆਪ ਹੀ ਆਪ ਹੈ, ਆਪ ਹੀ ਆਪ ਹੈ, ਆਪ ਹੀ ਆਪ ਹੈ, ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਹੋਰ ਕੋਈ ਨਹੀਂ। ਸੋਰਠ ਰਾਗ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਬਦਾਂ ਦੀ ਲੜੀ ਆਪ ਹੀ ਆਪ ਹੈ। ਸਾਰੀ ਲੜੀ ਕਿ ਮਨ ਇਹ ਪ੍ਰਤੀਤ ਸਮਝ ਲੈ ਕਿ ਦੂਜਾ ਹੈ ਹੀ ਨਹੀਂ, ਦੂਜਾ ਕੋਈ ਨਹੀਂ। ਇਸ ਰੂਪ 'ਚ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਝੇ ਆਗੇ ਅਰਦਾਸ। ਮੈਂ ਹੋਰ ਥਾਉ ਨਾਹੀਂ ਜਿਸ ਪਹਿ ਕਰੂੰ ਬਿਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਆਪ ਹੀ ਆਪ ਚਲੰਤ ਦੇ ਸ਼ਬਦ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆਪ ਵਰਤ ਕੇ ਇਹ ਵਿਚਾਰ ਕਰਾਉਣ। ਆਪ ਅਸੀਸ ਬਖਸ਼ੋ। ਆਰੰਭਤਾ ਤੋਂ ਪਹਿਲਾਂ ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਚੌਥਾ। ਸਾਹਿਬ ਜੀ ਕਹਿੰਦੇ ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਥਾਪ ਉਥਾਪੈ। ਉਥਾਪੈ ਦਾ ਮਤਲਬ ਵਿਨਾਸ਼ ਕਰਨ ਵਾਲਾ, ਬਣਾ ਕੇ ਘੜ ਕੇ ਭੰਨਣ ਵਾਲਾ ਵੀ ਉਹ ਹੈ। ਕੱਲਾ ਇਹ ਦੇਹ ਨਹੀਂ, ਬੜੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੈਗੀਆਂ। ਕਈ ਵਾਰੀ ਸਾਡੇ ਅੰਦਰ ਖਿਆਲ ਵੀ ਉਪਜਦੇ ਨੇ, ਉਹਨਾਂ ਖਿਆਲਾਂ ਨੂੰ ਬਣਾ ਕੇ ਫਿਰ ਵਿਨਾਸ਼ ਕਰਨ ਵਾਲਾ ਵੀ ਰੱਬ ਹੈ। ਕਿ ਖਿਆਲ ਇੱਥੇ ਉਪਜਣ ਤੋਂ ਪਹਿਲਾਂ, ਉਪਜਣ ਤੋਂ ਬਾਅਦ, ਤੇ ਜਾਂ ਉਹਨਾਂ ਖਿਆਲਾਂ ਨੂੰ ਪੂਰੀ ਰਹੁ ਰੀਤ ਨਾ ਮਿਲੇ, ਭਾਵ ਕਿ ਖਿਆਲ ਪ੍ਰਗਟ ਹੋਣ ਤੋਂ ਪਹਿਲਾਂ ਹੀ ਵਿਨਾਸ਼ ਹੋ ਜਾਏ, ਬੜੀ ਸੂਖਸ਼ਮ ਵਿਚਾਰ ਹੈ। ਇੰਨੇ ਸੂਖਸ਼ਮ ਰੂਪ 'ਚ ਗੁਰੂ ਰਾਮਦਾਸ ਜੀ ਕਹਿੰਦੇ ਹਰ ਰੂਪ ਦੇ ਵਿੱਚ ਉਹ ਪਿਆਰਾ ਥਾਪਣ ਵਾਲਾ, ਉਥਾਪਣ ਵਾਲਾ, ਵਿਨਾਸ਼ ਕਰਨ ਵਾਲਾ ਹੈ। ਆਪੇ ਵੇਖ ਵਿਗਸਦਾ ਪਿਆਰਾ, ਕਰ ਚੋਜ ਵੇਖੈ ਪ੍ਰਭ ਆਪੈ। ਉਹ ਆਪ ਹੀ ਵਿਗਸਦਾ ਪਿਆ। ਸਾਰੇ ਚੋਜ ਉਹਦੇ ਨੇ, ਕੋਈ ਚੰਗਾ ਹੈ, ਕੋਈ ਮੰਦਾ ਹੈ, ਕੋਈ ਜੀ ਰਿਹਾ ਹੈ, ਕੋਈ ਜਾ ਰਿਹਾ ਹੈ, ਔਰ ਇਸ ਚੋਜ ਨੂੰ ਵੇਖ ਕੇ ਪ੍ਰਭੂ ਆਪ ਹੀ ਖੁਸ਼ ਹੁੰਦਾ ਹੈ। ਆਪੇ ਵਣ ਤਿਣ ਸਬਤ ਹੈ ਪਿਆਰਾ। ਵਣ ਦੇ ਵਿੱਚ ਸਾਰੇ ਪਾਸੇ, ਤਿਣ ਤਿਣਕੇ ਦੇ ਵਿੱਚ
ਇੱਕ ਜ਼ਰਰੇ ਤੋਂ ਲੈ ਕੇ ਵੱਡੇ ਤੱਕ ਪ੍ਰਭੂ ਆਪ ਹੀ ਵਸ ਰਿਹਾ, ਪਰ ਕੋਈ ਵਿਰਲਾ ਜਾਣਦਾ ਹੈ। ਇਹਨੂੰ ਕਿਹਾ ਆਪੇ ਗੁਰਮੁਖ ਜਾਪੈ। ਕੋਈ ਗੁਰੂ ਦੇ ਸਨਮੁਖ ਬੈਠਣ ਵਾਲਾ ਇਸ ਗੱਲ ਦੀ ਸਮਝ ਗੁਰੂ ਪਾਸੋਂ ਪ੍ਰਾਪਤ ਕਰਦਾ ਹੈ ਜੀ। ਜਪ ਮਨ ਹਰ ਹਰ ਨਾਮ ਰਸ ਧਰਾਪੈ, ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰ ਸ਼ਬਦੀ ਚਖ ਜਾਪੈ ਰਹਾਉ। ਜਪ ਮਨ ਹਰ ਹਰ ਨਾਮ ਰਸ ਧਰਾਪੈ। ਮੇਰੇ ਮਨ ਜਪ ਲੈ, ਜੇ ਜਪੇਂਗਾ ਤੇ ਰਜਿਆ ਜਾਏਗਾ, ਧਰਾਪਿਆ ਜਾਏਗਾ, ਸੰਤੋਖਿਆ ਜਾਏਗਾ, ਨਹੀਂ ਤੇ ਭੁੱਖੇ ਦਾ ਭੁੱਖਾ ਹੀ ਜਾਏਗਾ ਇਥੋਂ। ਕੋਈ ਦੁਨੀਆ ਦਾ ਪਦਾਰਥ, ਕੋਈ ਦੁਨੀਆ ਦਾ ਮਨੁੱਖ ਸਾਨੂੰ ਰਜਾ ਨਹੀਂ ਸਕਦਾ, ਸੱਚੀ ਗੱਲ ਹੈ। ਨਾ ਹੀ ਦੁਨੀਆ ਦੀ ਦੌਲਤ ਸਾਨੂੰ ਰਜਾ ਸਕਦੀ ਹੈ। ਇੱਕ ਨਾਮ ਅੰਦਰੋਂ ਧਰਾਪੈ, ਰਜਾਉਣ ਵਾਲਾ ਹੈ। ਅੰਮ੍ਰਿਤ ਨਾਮ ਮਹਾਰਸ ਮੀਠਾ, ਇਹ ਨਾਮ ਬੜਾ ਮਿੱਠਾ ਹੈ। ਗੁਰ ਸ਼ਬਦੀ ਚਖ ਜਾਪੈ, ਜਿਹੜਾ ਇਹਨੂੰ ਚਖ ਲੈਂਦਾ ਹੈ ਉਹ ਜਾਣ ਲੈਂਦਾ ਹੈ ਕਿ ਇਸ ਨਾਮ ਤੋਂ ਬਿਨਾ ਦੁਨੀਆ ਦੇ ਵਿੱਚ ਕੋਈ ਐਸੀ ਵਸਤੂ ਨਹੀਂ ਜਿਹੜੀ ਇਸ ਨਾਮ ਤੋਂ ਉੱਤੇ ਸੁਖ ਦੇ। ਪਰਮ ਸੁਖ ਇਸ ਨਾਮ ਦੇ ਵਿੱਚ ਨੇ ਜੀ। ਰਹਾਉ ਆਪੇ ਤੀਰਥ ਤੁਲਹੜਾ ਪਿਆਰਾ, ਆਪ ਤਰੈ ਪ੍ਰਭ ਆਪੈ, ਆਪੇ ਜਾਲ ਵਤਾਇਂਦਾ ਪਿਆਰਾ, ਸਭ ਜਗ ਮਛਲੀ ਹਰ ਆਪੈ, ਆਪ ਅਭੁੱਲ ਨਾ ਭੁੱਲਈ ਪਿਆਰਾ, ਅਵਰ ਨ ਦੂਜਾ ਜਾਪੈ। ਆਪੇ ਤੀਰਥ ਤੁਲਹੜਾ ਪਿਆਰਾ। ਗੁਰ ਪੌੜੀ, ਬੇੜੀ ਗੁਰੂ, ਸਾਰਾ ਕੁਝ ਗੁਰੂ ਹੈ। ਇਸ ਰੂਪ ਦੇ ਵਿੱਚ ਗੁਰੂ ਤੀਰਥ ਵੀ ਹੈ, ਗੁਰੂ ਦਰਿਆਓ ਵੀ ਹੈ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾ। ਇਸ ਰੂਪ 'ਚ ਜੋ ਤੁਮ ਤੀਰਥ ਤਉ ਹਮ ਜਾਤੀ। ਜੇ ਤੁਸੀਂ ਤੀਰਥ ਹੋ, ਜੇ ਤੀਰਥ ਦਾ ਰੂਪ ਹੀ ਹੋ, ਤੇ ਫਿਰ ਮੈਂ ਚੱਲ ਕੇ ਆਵਾਂਗਾ। ਇਸ ਰੂਪ 'ਚ ਝੱਖੜ ਝਾਂਗੀ, ਨਿਹ ਵਰਸੇ ਭੀ ਗੁਰ ਦੇਖਣ ਜਾਏ। ਇੰਨਾ ਅੰਦਰ ਸਿਦਕ ਹੋਏ, ਇੰਨਾ ਅੰਦਰ ਸਬਰ ਹੋਏ। ਜਿਸ ਰੂਪ 'ਚ ਗੁਰੂ, ਜੇ ਗੁਰੂ ਤੀਰਥ ਹੈ ਤੇ ਫਿਰ ਮੈਂ ਜਾਵਾਂਗਾ। ਜੇ ਗੁਰੂ ਤੁਲਹੜਾ ਹੈ ਤੇ ਮੈਂ ਇਹਦੇ ਉੱਤੇ ਸਵਾਰ ਹੋ ਕੇ ਚੜ ਜਾਵਾਂਗਾ, ਕਿਉਂਕਿ ਉਹ ਪਿਆਰਾ ਹੀ ਆਪ ਪਾਰ ਲੰਘਾਉਣ ਵਾਲਾ ਹੈ। ਆਪ ਤਰੈ ਪ੍ਰਭ ਆਪੈ, ਆਪ ਤਰਦਾ ਤੇ ਸਾਨੂੰ ਤਾਰ ਦਿੰਦਾ ਹੈ। ਆਪੇ ਜਾਲ ਵਤਾਇਂਦਾ ਪਿਆਰਾ, ਸਭ ਜਗ ਮਛਲੀ ਹਰ ਆਪੈ। ਸਾਰੇ ਜਗ ਨੂੰ ਮਾਇਆ ਦੇ ਜਾਲ ਦੇ ਵਿੱਚ ਵਤਾਇਆ, ਫਸਾਇਆ ਹੋਇਆ ਹੈ। ਆਪੇ ਰਸੀਆ ਆਪ ਰਸ, ਆਪੇ ਰਾਵਣਹਾਰ। ਇਸ ਰੂਪ ਦੇ ਵਿੱਚ ਸਤਿਗੁਰ ਜੀ ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਵਤਾਇਂਦਾ, ਆਪੇ ਅੰਦਰ ਲਾਲ। ਕਿਸ ਰੂਪ 'ਚ? ਰੰਗ ਰਤਾ ਮੇਰਾ ਸਾਹਿਬ, ਰੰਗ ਰਿਹਾ ਰਵ ਰਿਹਾ ਭਰਪੂਰ। ਉਹ ਪ੍ਰਭੂ ਹੀ ਸਭ ਕੁਛ ਹੈ। ਆਪ ਹੀ ਮਾਛੀ ਹੈ, ਆਪ ਹੀ ਮਛਲੀ ਹੈ, ਮਛਿਆਰਾ ਮਛਲੀ, ਆਪੇ ਹੀ ਜਾਲ ਹੈ, ਜਾਲ ਦੇ ਅੰਦਰ ਆਪੇ ਹੀ ਲਾਲ, ਉਹ ਮਾਸ ਦਾ, ਮਾਇਆ ਦਾ ਟੁਕੜਾ ਹੈ, ਜਿਹਨੂੰ ਵੇਖ ਕੇ ਮੱਛੀ ਫਸ ਜਾਂਦੀ ਹੈ ਨਾ। ਮਹਾਰਾਜ ਜੀ ਨੇ ਇੱਥੇ ਮਾਇਆ ਸਾਰੇ ਪਾਸੇ ਖਿਲਾਰਤੀ ਹੈ, ਕੋਈ ਨਹੀਂ ਬਚ ਸਕਦਾ। ਆਪ ਹੀ ਫਸਾਉਣ ਵਾਲਾ ਹੈ। ਆਪੇ ਜਾਲ ਵਤਾਇਂਦਾ ਪਿਆਰਾ, ਸਭ ਜਗ, ਸਾਰੇ ਜਗ ਨੂੰ ਮਛਲੀ ਹਰ ਆਪੈ। ਆਪ ਹੀ ਹੈ। ਆਪ ਅਭੁੱਲ ਨਾ ਭੁੱਲਈ ਪਿਆਰਾ, ਸਾਨੂੰ ਭੁਲਾ ਦਿੱਤਾ ਪਰ ਆਪ ਅਭੁੱਲ ਹੈ, ਕਰਤਾ ਭੁੱਲ ਹੈ, ਉਹ ਨਹੀਂ ਭੁੱਲਦਾ। ਪਰ ਸਤਿਗੁਰ ਜੀ ਕਹਿੰਦੇ ਇਸ ਰੂਪ ਦੇ ਵਿੱਚ ਅਵਰ ਨਾ ਦੂਜਾ ਜਾਪੈ। ਸਾਰੇ ਭੁੱਲਣ ਵਿੱਚ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਉਹ ਨਹੀਂ ਭੁੱਲਣ ਵਾਲਾ, ਇਸ ਕਰਕੇ ਉਹਦੇ ਵਰਗਾ ਕੋਈ ਦੂਸਰਾ ਹੈ ਹੀ ਨਹੀਂ ਜੀ। ਆਪੇ ਸੀ ਨਾਦ ਹੈ ਪਿਆਰਾ, ਤੂਨੇ ਆਪ ਵਜਾਏ ਆਪੈ, ਆਪੇ ਜੋਗੀ ਪੁਰਖ ਹੈ ਪਿਆਰਾ, ਆਪੇ ਹੀ ਤਪ ਤਾਪੈ, ਆਪੇ ਸਤਿਗੁਰ ਆਪ ਹੈ ਚੇਲਾ, ਉਪਦੇਸ਼ ਕਰੈ ਪ੍ਰਭ ਆਪੈ। ਆਪੇ ਸਿੰਗਿੰਗ, ਸਿੰਗਿੰਗ ਕਹਿੰਦੇ ਆ ਜੋਗੀਆਂ ਦਾ ਸਾਜ਼, ਹੱਡੀ ਦਾ ਬਣਾਇਆ ਹੁੰਦਾ ਹੈ ਤੇ ਫੂਕਦੇ ਨੇ ਉਹਨੂੰ, ਨਾਦ ਦੀ ਤਰ੍ਹਾਂ ਕਹਿੰਦੇ, ਨਾਦ ਧੁਨੀਆਂ ਜੋਗੀਆਂ ਦੀ। ਤੇ ਗੁਰੂ ਸਾਹਿਬ ਕਹਿੰਦੇ ਸਿੰਗੀ, ਇਹ ਸਰੀਰ ਵੀ ਆਪ ਹੈ, ਇਹਨੂੰ ਸਿੰਗੀ ਕਿਹਾ ਸਤਿਗੁਰ ਜੀ ਨੇ। ਇਹਦੇ ਅੰਦਰ ਨਾਦ ਵੀ ਆਪ ਹੈ, ਜਿਹੜਾ ਸਵਾਸਾਂ ਦਾ ਵਜਾਉਂਦਾ ਹੈ। ਧੁਨ ਆਪ ਵਜਾਏ ਆਪੈ, ਤੇ ਇਹਦੇ ਅੰਦਰ ਵੱਜ ਕੇ ਜਿਹੜਾ ਗੂੰਜਦਾ ਉਹ ਵੀ ਰੱਬ ਆਪੇ ਹੀ ਹੈ ਜੀ। ਸਾਜ਼ ਵੀ ਉਹ ਹੈ, ਵਜਾਉਣ ਵਾਲਾ ਵੀ ਉਹ ਹੈ, ਤੇ ਵਜਣ ਤੋਂ ਬਾਅਦ ਜਿਹੜੀ ਆਵਾਜ਼ ਹੈ ਉਹ ਵੀ ਆਪ ਹੈ। ਬੜੀ ਬਰੀਕ ਵਿਚਾਰ ਹੈ ਜੀ ਸ਼ਬਦਾਂ ਦੀ, ਹੈ ਤੇ ਅਸੀਂ ਕਰਕੇ ਨਿਕਲ ਜਾਵਾਂਗੇ,
ਪਰ ਗੁਰੂ ਰਾਮਦਾਸ ਮਹਾਰਾਜ ਕਿੰਨੀ ਸਟਲ, ਕਿੰਨੀ ਸੂਖਸ਼ਮ ਭੇਦ ਦੱਸ ਰਿਹਾ ਕਿ ਇਹ ਸਰੀਰ ਸਾਜ ਵੀ ਉਹਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤੇ ਇਹਨੂੰ ਰਥ ਵੀ ਕਿਹਾ ਕਿ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੂਝੈ ਤਾਂ ਹੈ। ਇਹ ਸਰੀਰ ਰੂਪੀ ਰਥ ਬਾਰ-ਬਾਰ ਬਦਲਿਆ ਜਾ ਰਿਹਾ, ਇਹ ਸਾਜ ਬਾਰ-ਬਾਰ ਬਦਲਿਆ ਜਾ ਰਿਹਾ। ਅੱਜ ਕੁਝ ਹੋਰ ਹੈ, ਕੱਲ ਕੁਝ ਹੋਰ ਹੋਏਗਾ। ਕੇਤਿਆਂ ਕੇ ਬਾਪ ਕੇਤਿਆਂ ਕੇ ਪੂਤ। ਪਰ ਇੱਕ ਗੱਲ ਚੇਤੇ ਰੱਖਿਓ, ਇਹ ਸਾਜ਼ ਉਹਦਾ ਹੈ, ਜਿਵੇਂ ਉਹ ਵਜਾਏਗਾ ਉਵੇਂ ਵੱਜੇਗਾ, ਸੋਹਣਾ ਵੱਜੇਗਾ। ਜਿਵੇਂ ਅਸੀਂ ਵਜਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਬੇਸੁਰਾ ਹੀ ਵਜਾਵਾਂਗੇ, ਅਸੀਂ ਬੇਤਾਲਾ ਹੀ ਕਰਾਂਗੇ। ਇਸ ਕਰਕੇ ਮੰਨ ਲਈਏ ਪ੍ਰਭੂ ਜੀ ਇਹ ਸਭ ਕੁਝ ਤੁਹਾਡਾ ਹੀ ਹੈ। ਆਪੇ ਜੋਗੀ ਪੁਰਖ ਹੈ ਪਿਆਰਾ। ਸਾਡੇ ਅੰਦਰ ਜੇ ਕੋਈ ਧਿਆਨ ਵਾਲੀ ਬਿਰਤੀ ਦਿੰਦਾ ਨਾ, ਉਹ ਵੀ ਪਿਆਰਾ ਹੀ ਦਿੰਦਾ ਜਦ ਅਸੀਂ ਧਿਆਨ ਲਗਾਉਂਦੇ ਹਾਂ। ਜੋਗੀ ਵੀ ਆਪ ਹੈ, ਆਪੇ ਹੀ ਤਪ ਹੈ, ਆਪ ਹੀ ਸਾਡੇ ਵਿੱਚ ਬੈਠ ਕੇ ਤਪ ਕਰਾਉਂਦਾ ਹੈ ਪ੍ਰਭੂ। ਆਪੇ ਸਤਿਗੁਰ ਆਪ ਹੈ ਚੇਲਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਇਸ ਰੂਪ ਦੇ ਵਿੱਚ ਆਪ ਹੀ ਸਤਿਗੁਰ ਤੇ ਆਪ ਹੀ ਚੇਲਾ ਹੈ। ਜਦ ਜਿਹੜੀ ਕਲਾ ਕਰਤਾਰਪੁਰ ਸਾਹਿਬ ਦੇ ਵਿੱਚ ਵਰਤੀ ਹੈ ਨਾ, ਉਹੀ ਕਲਾ ਕੇਸਗੜ੍ਹ ਸਾਹਿਬ ਦੇ ਵਿੱਚ ਵਰਤੀ ਹੈ, ਆਨੰਦਪੁਰ ਸਾਹਿਬ ਦੇ। ਕਰਤਾਰਪੁਰ ਤੇ ਆਨੰਦਪੁਰ। ਕਰਤਾਰਪੁਰ 'ਚ ਕੀ ਹੋਇਆ? ਕਰਤਾਰਪੁਰ 'ਚ ਉਹ ਹੋਇਆ ਜਿਹੜਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ। ਗੁਰੂ ਖਾਲਸਾ, ਖਾਲਸਾ ਗੁਰੂ ਕੀਨੋ ਮੈਂ ਅਬ। ਤੇ ਕਰਤਾਰਪੁਰ 'ਚ ਕੀ ਹੋਇਆ? ਜੈਸੇ ਗੁਰੂ ਨਾਨਕ ਅੰਗਦ ਕੋ ਕੀਨ। ਕਰਤਾਰਪੁਰ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਥਾਪ ਦਿੱਤਾ, ਜੋਤ ਦਾ ਵਾਰਿਸ। ਤੇ ਆਪ ਨਹੀਂ ਮੈਂ ਬੈਠ ਕੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਖਾਲਸੇ ਨੂੰ ਹੀ ਉਸ ਬ੍ਰਹਮ ਦਾ ਰੂਪ, ਅਕਾਲ ਦਾ ਰੂਪ ਬਣਾ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੁਣ ਮੈਨੂੰ ਦਿਓ। ਸ਼ੰਕ ਨਾ ਕਰੀਜੀਏ ਸਾਵਧਾਨ ਹੋਏ ਲੀਜੀਏ, ਅਬ ਅੰਮ੍ਰਿਤ ਛਕਾਏ ਮੋਹੇ ਜੈਸੇ ਤੁਮ ਲੀਜੀਏ। ਇਸ ਰੂਪ ਦੇ ਵਿੱਚ ਸਤਿਗੁਰ ਸਾਰਾ ਕੁਝ ਇਹੀ ਕਲਾ ਵਰਤਾਉਂਦਾ। ਜਿਹੜਾ ਜਪਦਾ ਆਪੇ ਸਤਿਗੁਰ ਆਪ ਹੈ ਚੇਲਾ, ਉਪਦੇਸ਼ ਕਰੈ ਪ੍ਰਭ ਆਪੈ। ਉਪਦੇਸ਼ ਕਰਦਾ ਜਿਹੜਾ ਉਪਦੇਸ਼ ਕਮਾ ਲੈਂਦਾ ਉਹ ਸਤਿਗੁਰ ਵਰਗਾ ਹੀ ਹੋ ਜਾਂਦਾ ਹੈ ਜੀ। ਆਪੇ ਨਾਮ ਜਪਾਇਂਦਾ ਪਿਆਰਾ, ਆਪੇ ਹੀ ਜਪ ਜਾਪੈ। ਆਪੇ ਅੰਮ੍ਰਿਤ ਆਪ ਹੈ ਪਿਆਰਾ, ਆਪੇ ਹੀ ਰਸ ਆਪੈ। ਆਪੇ ਆਪ ਸਲਾਹੁੰਦਾ ਪਿਆਰਾ, ਜਨ ਨਾਨਕ ਹਰ ਰਸ ਤਰਾਪੈ। ਇਸ ਕਰਕੇ ਗੁਰੂ ਰਾਮਦਾਸ ਜੀ ਕਹਿੰਦੇ ਜਦ ਨਾਮ ਜਪਣ ਬੈਠੇ ਹੋ ਤਾਂ ਵੀ ਇੱਕ ਜ਼ਰੂਰ ਛੋਟੀ ਅਰਦਾਸ ਕਰਕੇ ਬੈਠੋ। ਨਾਮ ਜਪ ਕੇ ਸਿਮਰਨ ਕਰਕੇ ਉੱਠੇ ਹੋ, ਬੰਦਗੀ ਕਰਕੇ ਉੱਠੇ ਹੋ, ਇੱਕ ਅਰਦਾਸ ਕਰੋ, ਪ੍ਰਭੂ ਜੀ ਤੁਸੀਂ ਕਰਾਇਆ। ਇਹ ਸਾਡੇ ਵੱਸ ਨਹੀਂ ਸੀ ਕਿ ਅਸੀਂ ਬੈਠ ਕੇ ਜਪ ਲੈਂਦੇ, ਸੰਗਤ ਕਰ ਲੈਂਦੇ। ਆਪੇ ਨਾਮ ਜਪਾਇਂਦਾ ਪਿਆਰਾ, ਆਪੇ ਹੀ ਜਪ ਜਾਪੈ। ਜਪ ਨੂੰ ਜਪਾਉਣ ਵਾਲਾ ਵੀ ਉਹ ਹੈ। ਜਪਣ ਵਾਲੇ ਤੇ ਇੱਥੇ ਬਹੁਤ ਨੇ, ਪਰ ਕੋਈ ਵਿਰਲਾ ਜਿਹੜਾ ਜਪ ਦਾ ਜਾਪ ਦਾ ਹੀ ਰੂਪ ਹੋ ਜਾਂਦਾ ਹੈ। ਆਪੇ ਅੰਮ੍ਰਿਤ ਆਪ ਹੈ ਪਿਆਰਾ, ਆਪੇ ਹੀ ਰਸ ਆਪੈ। ਜਪਦਿਆਂ ਹੋਇਆਂ ਜਿਹੜਾ ਰਸ ਆਉਂਦਾ ਉਹ ਅੰਮ੍ਰਿਤ ਦਾ ਰੂਪ ਆਪ ਹੈ, ਰਸ ਦੇਣ ਵਾਲਾ ਵੀ ਉਹ ਆਪ ਹੈ। ਰਸ ਕਰਕੇ ਤੇ ਤੁਸੀਂ ਇੱਥੇ ਬੈਠੇ ਹੋ ਨਾ, ਰਸ ਰਸਿਕ ਹੋ, ਤੁਸੀਂ ਗੁਣ ਗਾਹਕ ਹੋ। ਜੇ ਇੱਥੇ ਹੈ ਤੇ ਤਾਂ ਬੈਠੇ ਹੋ, ਤੇ ਉਹੀ ਰੂਪ ਹੈ, ਉਹੀ ਵਰਤ ਰਿਹਾ। ਆਪੇ ਆਪ ਸਲਾਹ ਦਾ ਪਿਆਰਾ, ਜਨ ਨਾਨਕ ਹਰ ਰਸ ਧਰਾਪੈ। ਆਪ ਹੀ ਸਾਡੇ ਵਿੱਚ ਬੈਠ ਕੇ ਸਿਫਤ ਸਲਾਹ ਕਰਦਾ ਤੇ ਸਾਨੂੰ ਉਸ ਅੰਮ੍ਰਿਤ ਰਸ ਤੋਂ ਧਰਾਪੈ, ਭਾਵ ਕਿ ਰਜਾ ਕੇ ਇੱਥੋਂ ਤੋਰਦਾ ਹੈ ਜੀ। ਸੂਰਠ ਮਹਿਲਾ ਚੌਥਾ, ਆਪੇ ਕੰਡਾ ਆਪ ਤਰਾਜੀ। ਪ੍ਰਭ ਆਪੇ ਤੋਲ ਤੋਲਾਇਆ, ਆਪੇ ਸ਼ਾਹ ਆਪੇ ਵਣਜਾਰਾ। ਆਪੇ ਵਣਜ ਕਰਾਇਆ, ਆਪੇ ਧਰਤੀ ਸਾਜੀਅਨ ਪਿਆਰੇ। ਪਿੱਛੇ ਟੰਕ ਚੜਾਇਆ। ਧਰਮ ਦੇ ਮਾਰਗ ਤੇ ਕਿਸੇ ਨੂੰ ਗੁਰੂ ਨੇ ਤਰਾਜੂ ਨਹੀਂ ਦੇ ਦਿੱਤਾ। ਰੱਬ ਨੇ ਕਿਸੇ ਨੂੰ ਤਰਾਜੂ ਨਹੀਂ ਦੇ ਦਿੱਤਾ ਕਿ ਤੂੰ ਇੱਥੇ ਬੈਠ ਕੇ ਦੂਸਰਿਆਂ ਦਾ ਨਖੇੜਾ ਕਰ ਕਿ ਤੇਰੇ ਕੋਲ ਇੰਨੀ ਬੰਦਗੀ ਹੈ, ਤੇਰੇ ਕੋਲ ਇੰਨੀ ਬੰਦਗੀ ਹੈ, ਤੇਰੇ ਕੋਲ ਨਹੀਂ ਹੈ, ਤੂੰ ਪਰਾਂ ਹੋ ਜਾ, ਤੂੰ ਇੱਧਰ ਨਹੀਂ ਆ ਸਕਦਾ। ਸਤਿਗੁਰੂ ਜੀ ਕਹਿੰਦੇ ਤਰਾਜੂ ਕਿਸੇ ਨੂੰ ਦਿੱਤਾ ਹੀ ਨਹੀਂ। ਇੱਕ ਉਹ ਵੀ ਹੁਣ ਅੱਲਾ ਯਾਰ ਖਾਂ ਜੋਗੀ ਵੀ ਇਹ ਕਹਿੰਦਾ ਇਨਸਾਫ ਕਰੇ ਜੀ ਮੇ ਜ਼ਮਾਨਾ ਤੋਂ ਯਕੀਨ ਹੈ। ਕਹਿੰਦੇ ਕਿਸੇ ਕੋਲ ਇਨਸਾਫ ਦੀ ਤਕੜੀ ਹੋਏ ਤਾਂ ਤੇ ਉਹ ਇਨਸਾਫ ਕਰੇ ਨਾ ਗੁਰੂ ਨਾਲ। ਬੰਦਿਆਂ ਨਾਲ ਇਨਸਾਫ ਕਰਨਾ ਤੇ ਇੱਕ ਪਾਸੇ, ਤੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਕਿਸੇ ਰੂਪ 'ਚ ਕੋਈ ਕ੍ਰਾਂਤੀਕਾਰੀ ਕਹੀ ਜਾਂਦਾ ਤੇ ਕੋਈ ਕੁਝ ਕਹੀ ਜਾਂਦਾ ਤੇ ਕੋਈ ਕੁਝ ਕਹੀ ਜਾਂਦਾ। ਇਨਸਾਫ ਕਰੇ ਜੀ ਮੇ ਜ਼ਮਾਨਾ ਤੋਂ ਯਕੀਨ ਹੈ। ਜੇ ਕੋਈ ਇਨਸਾਫ ਦੀ ਤਕੜੀ 'ਚ ਤੋੜ ਕੇ ਕਹੇਗਾ ਨਾ, ਫਿਰ ਕਹੇਗਾ ਕਹਿ ਦੋ ਗੁਰੂ ਗੋਬਿੰਦ ਸਿੰਘ ਦਾ ਸਾਨੀ ਹੀ ਨਹੀਂ। ਇसी ਰੂਪ 'ਚ ਬੰਦਗੀ ਦੇ ਮਾਰਗ ਤੇ ਅਸੀਂ ਕਿਸੇ ਨੂੰ ਵੱਧ ਘੱਟ ਨਹੀਂ ਕਹਿ ਸਕਦੇ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਸੋਰਠ ਮਹੱਲਾ ਚੌਥਾ, ਆਪੇ ਕੰਡਾ
ਆਪ ਤਰਾਜੀ, ਕੰਡਾ ਕਹਿੰਦੇ ਤਰਾਜ਼ੂ, ਤਰਾਜੀ ਤੋਲਣ ਵਾਸਤੇ ਆਪ ਹੀ ਪ੍ਰਭੂ ਉਹ ਵੱਟੇ ਹੈ, ਤਰਾਜੀ ਜਿਹੜਾ ਤੋਲਦਾ ਹੈ। ਪ੍ਰਭ ਆਪੇ ਤੋਲ ਤੁਲਾਇਆ। ਉਹ ਪ੍ਰਭੂ ਦੇਖੇਗਾ ਕਿ ਭਾਈ ਕਿਹਦੇ ਅੰਦਰ ਕਿੰਨੀ ਬੰਦਗੀ ਦਾ ਅੰਮ੍ਰਿਤ ਹੈ, ਸੱਚ ਹੈ, ਕਿਉਂਕਿ ਇੱਥੇ ਭਾਰੇ ਨੂੰ ਨੀਵੇਂ ਨੂੰ ਹੀ ਸਿੰਬਲ ਰੁਖ ਸਰਾਇਰਾ ਅਤ ਦੀਰਘ ਅਤ ਮੂਚ ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤੇ ਫਲ ਫਿੱਕੇ ਫੁੱਲ ਬਕਬਕੇ ਕੰਮ ਨਾ ਆਵੇ ਪਰ ਮਿੱਠਤ ਨੀਵੀ ਨਾਨਕਾ ਗੁਣ ਚ ਨਹੀਂ ਆਏ ਤਤ ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਈ ਧਰ ਤਾਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ। ਭਾਰੀ ਜਿਹੜਾ ਪਾਸਾ ਹੈ ਉਹ ਗੁਰੂ ਨੂੰ ਕਬੂਲ ਹੈ, ਨੀਵੇਂ ਵਾਲਾ ਪਾਸਾ ਕਬੂਲ ਹੈ, ਜਿਹੜਾ ਨਿਵੇਗਾ ਦੇਖ ਲਿਓ ਉਹੀ ਭਾਰਾ ਹੋਏਗਾ। ਤੋਲਣ ਵਾਲਾ ਪ੍ਰਭੂ ਆਪ ਹੀ ਹੈ, ਆਪੇ ਸ਼ਾਹ ਆਪੇ ਵਣਜਾਰਾ। ਸਾਨੂੰ ਵਰਤਣ ਵਾਲਾ ਵੀ ਉਹ ਹੈ, ਸਾਨੂੰ ਬੰਦਗੀ ਦੇਣ ਵਾਲਾ ਵੀ ਉਹ ਹੈ। ਜੇ ਅਸੀਂ ਮਾਲਕ ਹੋਈਏ, ਅਸੀਂ ਕਿਸੇ ਨੂੰ ਤੋਰੀਏ ਨਾ ਕਿ ਇਸ ਸਮਾਨ ਦਾ, ਇਸ ਮਾਲ ਦਾ ਸੌਦਾ ਕਰ ਆ, ਤੇ ਫਿਰ ਸਾਡੇ ਕੋਲ ਪੂਰਾ ਲੇਖਾ ਜੋਖਾ ਹੈ ਉਹਦੇ ਤੋਂ ਪੁੱਛਣ ਦਾ ਵੀ ਕਿੰਨੇ ਦਾ ਵੇਚਿਆ, ਕਿੰਨਾ ਵਟਿਆ ਤੇ ਕੀ ਲੈ ਕੇ ਆਇਆ, ਕਿੰਨਾ ਖਰਚ ਕੇ ਆਇਆ। ਇਸ ਕਰਕੇ ਉਹਦੇ ਕੋਲ ਸਾਰਾ ਲੇਖਾ ਜੋਖਾ ਹੈ, ਬਹੁਤ ਅਸੀਮ ਹੈ। ਆਪੇ ਸ਼ਾਹ ਆਪੇ ਵਣਜਾਰਾ, ਆਪੇ ਵਣਜ ਕਰਾਇਆ, ਉਹ ਆਪ ਹੀ ਵਣਜ ਕਰਾ ਰਿਹਾ। ਅਸੀਂ ਨਹੀਂ ਕਹਿ ਸਕਦੇ ਲੈ ਜੀ ਅਸੀਂ ਇੰਨਾ ਜਪ ਲਿਆ, ਅਸੀਂ ਇੰਨਾ ਜਪਦੇ ਹਾਂ। ਉਹ ਹੈ ਵਣਜ ਦਾ ਅਸਲ ਮਾਲਕ। ਸਤਿਗੁਰੂ ਜੀ ਕਹਿੰਦੇ ਆਪੇ ਧਰਤੀ ਸਾਜੀਨ ਪਿਆਰ ਹੈ। ਧਰਤੀ ਵੀ ਪ੍ਰਭੂ ਨੇ ਆਪ ਸਾਜੀ ਹੈ, ਪਿੱਛੇ ਟੰਕ ਚੜਾਇਆ। ਟੰਕ ਕਹਿੰਦੇ 4 ਮਣ ਦਾ ਵੱਟਾ, ਭਾਵ ਕਿ ਇਸ ਧਰਤੀ ਤੇ ਜੋ ਵੀ ਕੁਝ ਹੋ ਰਿਹਾ ਨਾ, ਜਿਸ ਤਰ੍ਹਾਂ ਤਰਾਜ਼ੂ ਦੇ ਵਿੱਚ ਇੱਕ ਪਾਸੇ ਵੱਟੇ ਰੱਖੇ ਜਾਣ, ਦੂਸਰੇ ਪਾਸੇ ਉਨਾ ਚਿਰ ਤੱਕ ਸਮਾਨ ਪਾਈ ਜਾਂਦੇ ਆ ਜਿੰਨਾ ਚਿਰ ਤੱਕ ਵਿੱਚ ਇਹਦਾ ਕੰਡਾ ਐਨ ਬੈਲੈਂਸ ਨਹੀਂ ਹੋ ਜਾਂਦਾ, ਵਿਚਕਾਰ ਨਹੀਂ ਆ ਜਾਂਦਾ, ਇਕੁਅਲ ਨਹੀਂ ਹੋ, ਇਕੁਇਲਿਬਰੀਅਮ ਨਹੀਂ ਹੋ ਜਾਂਦਾ। ਮਹਾਰਾਜ ਕਹਿੰਦੇ ਇਸ ਕਰਕੇ ਧਰਤੀ ਤੇ ਹਰ ਇੱਕ ਚੀਜ਼ ਨਾ ਬਿਲਕੁਲ ਬੈਲੈਂਸ ਦੀ ਹੈ। ਟੰਕ ਚੜਾਉਣ ਦਾ ਮਤਲਬ ਹੈ ਕਿ ਐਸਾ ਵਜ਼ਨ ਬਣਾਇਆ ਕਿ everything is in balance, in equilibrium। ਬਸ ਇੱਕ ਇਨਸਾਨ ਵਿਗੜਿਆ ਫਿਰਦਾ ਹੈ, ਬੈਲੈਂਸ ਤੋਂ ਬਾਹਰ ਹੈ। ਬਾਕੀ ਧਰਤੀ ਦਾ ਹਰ ਇੱਕ ਪਸਾਰਾ ਬਿਲਕੁਲ ਬੈਲੈਂਸ ਦੇ ਵਿੱਚ ਆਪਣੇ ਰੂਪ ਦੇ ਵਿੱਚ ਤੁਰਿਆ। ਇਹਨੂੰ ਬਿਆਨ ਕੀਤਾ ਪਿੱਛੇ ਟੰਕ ਚੜਾਇਆ, ਉਹ ਬਣਾਉਣ ਵਾਲਾ ਪ੍ਰਭੂ ਹੈ ਜੀ। ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰੈ ਮੀਠਾ ਲਾਇਆ ਰਹਾਉ। ਜੇ ਕਿਸੇ ਮਨ ਨੂੰ ਦੁੱਖ ਸੰਤਾਉਂਦਾ ਹੈ, ਫੁਰਨੇ ਚਿੰਤਾ ਸਤਾਉਂਦੀ ਹੈ, ਤੇ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਛੱਡੋ ਤੇ ਨਾਮ ਦੇ ਵਿੱਚ ਸੁਖ ਪਾਓ। ਦੁਖੀ ਕਰਨ ਵਾਸਤੇ ਅਸੀਂ ਨਹੀਂ ਭੇਜਿਆ ਤੁਹਾਨੂੰ, ਜਾਂ ਤੁਸੀਂ ਇੱਥੇ ਆਏ ਨਹੀਂ, ਇਲਾਹਾ ਲੈਣ ਆਇਓ, ਚਿੰਤਾ ਉਹਨੂੰ ਸੌਂਪੋ। ਚਿੰਤਾ ਤਾਕੀ ਕੀਜੀਏ ਜੋ ਅਨਹੋਣੀ। ਚਿੰਤਾ ਕਰਨ ਵਾਲਾ ਉਹ ਹੈ ਪ੍ਰਭੂ ਜਿਨੇ ਬਣਾਇਆ ਸਭ ਕੁਝ। ਸਤਿਗੁਰੂ ਜੀ ਕਹਿੰਦੇ ਆਪੇ ਵਾਹਿਗੁਰੂ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰਾ ਮਿੱਠਾ ਲਾਇਆ। ਇਹ ਨਾਮ ਦਾ ਖਜ਼ਾਨਾ ਹੀ ਸਭ ਤੋਂ ਕੀਮਤੀ ਹੈ, ਔਰ ਇਹ ਜੇ ਮਿੱਠਾ ਲੱਗ ਜਾਏ ਤੇ ਫਿਰ ਦੁੱਖ ਨਹੀਂ, ਸਦਾ ਹੀ ਸੁਖ ਨੇ ਜੀ ਰਹਾਓ। ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ, ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਧ ਰਖਾਇਆ, ਆਪੇ ਹੀ ਪਾਉ ਪਾਇਂਦਾ ਪਿਆਰਾ, ਬਨ ਬੱਕਰੀ ਸ਼ੀ ਹੰਡਾਇਆ। ਸੂਹੀ ਰਾਗ ਦੇ ਵਿੱਚ ਮਹਾਰਾਜ ਗੁਰੂ ਰਾਮਦਾਸ ਜੀ ਦਾ ਸ਼ਬਦ ਚੇਤੇ ਕਰੋ, ਬਿਲਕੁਲ ਇਸੀ ਵਿਚਾਰ ਦੇ ਉੱਤੇ ਹੈ। ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤਰੀਜੈ, ਬੱਕਰੀ ਸਿੰਘ ਇਕੱਤੈ ਥਾਂ ਰੱਖੈ। ਕਹਿੰਦੇ ਇਸ ਰੂਪ ਦੇ ਵਿੱਚ ਬੱਕਰੀ ਸਿੰਘ ਤੇ ਧਰਤੀ ਤੇ ਪਾਣੀ, ਮਿੱਟੀ ਨੂੰ ਪਾਣੀ ਦੇ ਗਿਲਾਸ 'ਚ ਪਾ ਦੋ ਤੇ ਘੁਲ ਜਾਏਗੀ। ਪਰ ਸਤਿਗੁਰੂ ਜੀ ਦਾ ਇਨਸਾਫ ਇਹ ਹੈ, ਮਿੱਟੀ ਤੇ ਪਾਣੀ ਇਕੱਠੀ ਰੱਖ ਕੇ ਵੀ ਗੁੰਦਿਆ ਹੋਇਆ ਸੰਸਾਰ ਨੂੰ ਉਹ ਰਲਦੇ ਨਹੀਂ। ਇਸ ਰੂਪ 'ਚ ਆਪੇ ਧਰਤੀ ਆਪ ਜਲ ਪਿਆਰਾ, ਪਾਣੀ ਵੀ ਆਪ, ਧਰਤੀ ਵੀ ਆਪ, ਆਪੇ ਕਰੇ ਕਰਾਇਆ, ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਦ ਰਖਾਇਆ। ਮਿੱਟੀ ਤੇ ਪਾਣੀ ਨੂੰ ਇਸ ਰੂਪ ਦੇ ਵਿੱਚ ਬੰਨ ਕੇ ਰੱਖ ਦੇਣਾ, ਇਹ ਵੀ ਪ੍ਰਭੂ ਦੀ ਕਲਾ ਹੈ। ਆਪੇ ਹੀ ਭਾਉ ਪਾਇਂਦਾ ਪਿਆਰਾ। ਸਾਡੇ ਸਾਰੇ ਇਸ ਪਸਾਰੇ ਦੇ ਵਿੱਚ ਭਾਉ ਪਾਉਣ ਵਾਲਾ ਇੱਕੋ ਹੀ ਹੈ। ਬਨ ਬੱਕਰੀ ਸ਼ੀਹੀ ਹੰਡਾਇਆ, ਕਹਿੰਦੇ ਬੱਕਰੀ ਤੇ ਸ਼ੇਰ ਨੂੰ ਇੱਕੋ ਹੀ ਰੱਸੇ ਨਾਲ ਬੰਨ ਕੇ ਖਿੱਚਣ ਵਾਲਾ ਉਹ ਰੱਬ ਆਪ ਹੈ। ਸਮਝੋ ਇਹ ਦੋਨਾਂ ਵਿਰੋਧੀ ਭਾਸੀ ਗੱਲਾਂ ਨੇ। ਸ਼ੇਰ ਤੇ ਬੱਕਰੀ ਇਕੱਠੀਆਂ ਨਹੀਂ ਰਹਿ ਸਕਦੀਆਂ, ਪਰ ਇਹ ਰੱਬ ਦਾ ਹੁਕਮ ਹੈ, ਇਹ ਰੱਬ ਦੀ ਕਲਾ ਹੈ ਕਿ ਦੋ ਵਿਰੋਧੀ ਵਿਚਾਰ ਵੀ, ਦੋ ਇੱਕ ਦੂਸਰੇ ਤੋਂ ਪੁੱਠੀਆਂ ਗੱਲਾਂ ਵੀ ਉਹਦੇ ਹੁਕਮ ਦੇ ਵਿੱਚ ਤੁਰੀਆਂ ਜਾ ਰਹੀਆਂ ਨੇ। ਇਹ ਵੀ ਉਸ ਪ੍ਰਭੂ ਦੀ ਕਲਾ ਹੈ ਜੀ। ਆਪੇ ਕਾਸ਼ਟ ਆਪ ਹਰ ਪਿਆਰਾ,
ਵਿੱਚ ਕਾਸ਼ਟ ਅਗਨ ਰਖਾਇਆ, ਆਪੇ ਹੀ ਆਪ ਵਰਤਦਾ ਪਿਆਰਾ, ਭੈ ਅਗਨ ਨ ਸਕੈ ਜਲਾਇਆ, ਆਪੇ ਮਾਰ ਜਿਵਾਇਂਦਾ ਪਿਆਰਾ, ਸਹ ਲੈਂਦੇ ਸਭ ਲਵਾਇਆ। ਵਿੱਚ ਕਾਸ਼ਟ ਅਗਨ ਤ੍ਰੀਜੈ, ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ। ਲੱਕੜ ਕਾਸ਼ਟ ਕਹਿੰਦੇ ਲੱਕੜ ਦੇ ਅੰਦਰ ਅਗਨੀ ਪਈ ਹੋਈ ਹੈ ਜੀ। ਸਗਲ ਬਨਸਪਤ ਮਹਿ ਬੇਸੰਤਰ, ਸਗਲ ਦੂਧ ਮੈਂ ਘੀਆ। ਸਗਲ ਬਨਸਪਤ ਮਹਿ ਬੇਸੰਤਰ, ਬੇਸੰਤਰ ਮਤਲਬ ਅੱਗ, ਪਰ ਉਹ ਜਲਦੀ ਨਹੀਂ, ਇਹ ਵਿਰੋਧਾਭਾਸ ਹੈ। ਲੱਕੜ ਦੇ ਅੰਦਰ ਅੱਗ ਹੈ, ਬੱਕਰੀ ਸਿੰਘ ਇਕੱਠੇ ਰੱਖੇ ਹੋਏ ਨੇ, ਇਹ ਐਵੇਂ ਨਹੀਂ ਜਲ ਸਕਦੀ ਬਿਨਾਂ ਕਲਾ ਤੋਂ। ਇਸ ਰੂਪ 'ਚ ਆਪੇ ਹੀ ਆਪ ਵਰਤਦਾ ਪਿਆਰਾ, ਭੈ ਅਗਨ ਨਾ ਸਕੈ ਜਲਾਇਆ। ਉਸ ਭੈ ਦੇ ਵਿੱਚ ਹੀ ਸਭ ਕੁਝ ਹੈ, ਉਹਦੇ ਹੁਕਮ ਦੇ ਵਿੱਚ ਹੀ ਅਗਨ ਅੰਦਰ ਹੀ ਹੈ, ਪਰ ਉਹਦੇ ਭੈ ਤੋਂ ਬਿਨਾਂ ਉਹ ਸਾੜ ਨਹੀਂ ਸਕਦੀ ਲੱਕੜ ਨੂੰ। ਇਸ ਰੂਪ 'ਚ ਆਪੇ ਮਾਰ ਜਿਵਾਇਂਦਾ ਪਿਆਰਾ, ਸਹ ਲੈਂਦੇ ਸਭ ਲਵਾਇਆ। ਇਸ ਕਰਕੇ ਅੰਦਰ ਹੀ ਸਭ ਕੁਝ ਪਿਆ ਹੋਇਆ, ਇਹਦੇ ਵਿੱਚ ਹੀ ਸਾਡੇ ਸਵਾਸਾਂ ਦੀ ਤੰਦ ਹੈ। ਪਰ ਸਤਿਗੁਰੂ ਜੀ ਕਹਿੰਦੇ ਹੁਕਮ ਦੇ ਵਿੱਚ ਖਿੱਚੀ ਜਾਂਦੀ ਹੈ ਤੇ ਹੁਕਮ ਦੇ ਵਿੱਚ ਹੀ ਦੇ ਦਿੱਤੀ ਜਾਂਦੀ ਹੈ। ਇਸ ਕਰਕੇ ਆਪੇ ਮਾਰ ਜਿਵਾਇਂਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ। ਜਿਹੜੇ ਸਾਹ ਅਸੀਂ ਲੈ ਰਹੇ ਆ ਨਾ, ਪ੍ਰਭੂ ਤੋਂ ਲਵਾਇਆ ਭਾਵ ਲਿਖਵਾ ਕੇ ਲਿਆਏ ਹਾਂ ਜੀ। ਆਪੇ ਤਾਣ ਦੀਵਾਨ ਹੈ ਪਿਆਰਾ, ਆਪੇ ਕਰੈ ਲਾਇਆ, ਜੋ ਆਪ ਚਲਾਏ ਤਿਉ ਚਲੀਐ ਪਿਆਰੇ, ਜੋ ਹਰ ਪ੍ਰਭ ਮੇਰੇ ਪਾਇਆ, ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜਹਿ ਵਜਾਇਆ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਝ ਆਗੈ ਅਰਦਾਸ। ਪ੍ਰਭੂ ਜੀ ਆਪੇ ਤਾਣ, ਤਾਣ ਕਹਿੰਦੇ ਤਾਕਤ, ਦੀਵਾਨ ਕਹਿੰਦੇ ਦਰਬਾਰ, ਉਸ ਤਾਕਤ ਦਾ ਪਸਾਰਾ ਕਰਨ ਵਾਲਾ ਵੀ ਤੂੰ ਹੀ ਹੈ। ਆਪੇ ਤਾਣ ਦੀਵਾਨ ਹੈ ਪਿਆਰਾ, ਆਪੇ ਕਾਰੇ ਲਾਇਆ, ਸਾਰਿਆਂ ਨੂੰ ਕਾਰੇ ਲਾਇਆ ਹੋਇਆ। ਜਿਉਂ ਆਪ ਚਲਾਏ ਤਿਉਂ ਚਲੀਐ ਪਿਆਰੇ, ਪਰ ਆਪਣੇ ਧੱਕੇ ਨਾਲ ਕੋਈ ਨਹੀਂ ਤੁਰ ਸਕਦਾ, ਤੁਹਾਡੇ ਹੁਕਮ 'ਚ ਹੀ ਤੁਰੇ ਹੋਏ ਨੇ। ਜਿਉਂ ਹਰ ਪ੍ਰਭ ਮੇਰੇ ਭਾਇਆ, ਜਿਵੇਂ ਤੁਹਾਨੂੰ ਭਾਇਆ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜਹਿ ਵਜਾਇਆ। ਸਾਰੇ ਸਾਜ਼ ਇਹ ਜੰਤ ਤੁਹਾਡੇ ਹੀ ਨੇ, ਅੰਦਰ ਵੱਜਣ ਵਾਲੀ ਵੀ ਆਵਾਜ਼ ਤੁਹਾਡੀ ਹੈ, ਜਿਵੇਂ ਵਜਾਉਂਦੇ ਹੋ ਅਸੀਂ ਵੱਜਦੇ ਹਾਂ ਜੀ। ਸੋਰਠ ਮਹਿਲਾ ਚੌਥਾ, ਆਪੇ ਸ੍ਰਿਸ਼ਟ ਉਪਾਇਂਦਾ ਪਿਆਰਾ, ਕਰ ਸੂਰਜ ਚੰਦ ਚਾਨਣ, ਆਪ ਨਿਤਾਣਿਆ ਤਾਣ ਹੈ ਪਿਆਰਾ, ਆਪ ਨਿਮਾਣਿਆ ਮਾਣ, ਆਪ ਦਇਆ ਕਰ ਰੱਖਦਾ ਪਿਆਰਾ, ਆਪੇ ਸੁਗੜ ਸੁਜਾਨ। ਸੋਰਠ ਮਹਲਾ ਚੌਥਾ ਪੰਜਵਾਂ ਸ਼ਬਦ ਹੈ ਜੀ ਇਸ ਲੜੀ ਦਾ। ਆਪੇ ਸ੍ਰਿਸ਼ਟ ਪਾਇੰਦਾ ਪਿਆਰਾ, ਕਰ ਸੂਰਜ ਚੰਦ ਚਾਨਣ, ਚਾਨਣ ਦੇ ਰਾਣੇ ਨੂੰ ਔਂਕੜ ਹੈ, ਚਾਨਣ ਦੇਣ ਵਾਲਾ। ਸੂਰਜ ਤੇ ਚੰਦਰਮਾ ਨੂੰ ਵੀ ਉਹ ਪ੍ਰਭੂ ਹੀ ਹੈ। ਆਪ ਨਿਤਾਣਿਆ ਤਾਣ ਹੈ ਪਿਆਰਾ, ਆਪ ਨਿਮਾਣਿਆ ਮਾਣ। ਜਿਹਦਾ ਕੋਈ ਨਹੀਂ ਉਹਦਾ ਗੁਰੂ ਹੈ, ਜਿਹਦਾ ਕੋਈ ਤਾਕਤ ਨਹੀਂ ਉਹਦੇ ਕੋਲ ਪ੍ਰਭੂ ਦੀ ਤਾਕਤ ਹੈ। ਸਤਿਗੁਰੂ ਜੀ ਕਹਿੰਦੇ ਉਹਨੂੰ ਰਾਜ ਦੇ ਦਿੰਦਾ ਜਿਹੜਾ ਕੋਈ ਸਤਿਗੁਰੂ ਜੀ ਦੇ ਕੋਲੋਂ ਮਾਣ ਤੇ ਤਾਣ ਮੰਗਣ ਆਉਂਦਾ। ਆਪ ਦਇਆ ਕਰ ਰੱਖਦਾ ਪਿਆਰਾ, ਆਪੇ ਸੁਗੜ ਸੁਜਾਨ। ਆਪ ਹੀ ਸਾਰਿਆਂ ਵਿੱਚ ਬੈਠ ਕੇ ਵੇਖ ਰਿਹਾ ਤੇ ਸਿਆਣਿਆਂ ਤੋਂ ਸਿਆਣਾ ਉਹ ਪ੍ਰਭੂ ਹੀ ਹੈ ਜੀ। ਮੇਰੇ ਮਨ ਜਪ ਰਾਮ ਨਾਮ ਨੀਸ਼ਾਨ, ਸਤ ਸੰਗਤ ਮਿਲ ਧਿਆਏ ਤੂੰ ਹਰ ਹਰ, ਬਹੁੜ ਨ ਆਵਣ ਜਾਣ ਰਹਾਉ। ਮੇਰੇ ਮਨ ਜਪ ਰਾਮ ਨਾਮ ਨੀਸ਼ਾਨ, ਰਸਤਾ ਦੇਣ ਵਾਲਾ, ਦਾਗ ਪਾਉਣ ਵਾਲਾ, ਨਿਸ਼ਾਨ ਪਾਉਣ ਵਾਲਾ, ਕਿ ਪ੍ਰਭੂ ਦੀ ਦਰਗਾਹ ਤੱਕ ਵੀ ਜਿਹਦੇ ਕੋਲੇ ਪ੍ਰਭੂ ਦੇ ਸ਼ਬਦ ਦਾ ਨਿਸ਼ਾਨ ਹੋਏਗਾ ਉਹਨੂੰ ਜਮਦੂਤ ਕੁਛ ਨਹੀਂ ਕਹਿ ਸਕਣਗੇ। ਇਹ ਨਾਮ ਦਾ ਐਸਾ ਡੂੰਘਾ ਨਿਸ਼ਾਨ ਦੇਣ ਵਾਲਾ, ਜਿਹਨੂੰ ਲੱਗ ਜੇ ਉਹਦਾ ਮੁਖ ਉਜਲ ਹੋ ਜਾਂਦਾ। ਸਤ ਸੰਗਤ ਮਿਲ ਧਿਆਏ ਤੂੰ ਹਰ ਹਰ, ਬਹੁੜ ਨਾ ਆਵਣ ਜਾਣ। ਸੰਗਤ 'ਚ ਬੈਠ ਕੇ ਜਿਹੜਾ ਧਿਆਉਂਦਾ ਉਹਦਾ ਆਣਾ ਜਾਣਾ ਮੁਕਦਾ ਹੈ ਜੀ ਰਹਾਉ। ਆਪੇ ਹੀ ਗੁਣ ਵਰਤਦਾ ਪਿਆਰਾ, ਆਪੇ ਹੀ ਪਰਵਾਨ, ਆਪੇ ਬਖਸ਼ ਕਰਾਇਂਦਾ ਪਿਆਰਾ, ਆਪੇ ਸੱਚ ਨਿਸ਼ਾਨ, ਆਪੇ ਹੁਕਮ ਵਰਤਦਾ ਪਿਆਰਾ, ਆਪੇ ਹੀ ਫੁਰਮਾਨ। ਆਪੇ ਹੀ ਗੁਣ ਵਰਤਦਾ ਪਿਆਰਾ। ਸਤਿਗੁਰੂ ਜੀ ਕਹਿੰਦੇ ਭਾਈ ਆਪਣੇ ਜਿਉਂ-ਜਿਉਂ ਅਵਗੁਣ ਛੱਡਣੇ ਸ਼ੁਰੂ ਕਰੋਗੇ
ਤਿਉਂ-ਤਿਉਂ ਪ੍ਰਭੂ ਦੇ ਗੁਣ ਵਧਣਗੇ। ਇੱਕ ਇੱਕ ਕਰਕੇ ਹੀ ਹੈ। ਜਿਹੜਾ ਅਵਗੁਣ ਤਿਆਗਾਂਗੇ, ਸਤਿਗੁਰੂ ਜੀ ਉਹਦੇ ਬਦਲੇ ਸਾਨੂੰ ਗੁਣ ਦੇਣਗੇ। ਆਪੇ ਹੀ ਗੁਣ ਵਰਤਦਾ ਪਿਆਰਾ, ਆਪੇ ਹੀ ਪ੍ਰਵਾਨ ਤੇ ਸਾਡੇ ਗੁਣਾਂ ਨੂੰ ਪ੍ਰਵਾਨ ਵੀ ਕਰੇਗਾ। ਧਿਆਨ ਨਾਲ ਹੁਣ ਇਸ ਤੁਕ ਨੂੰ ਦੇਖਿਓ। ਆਪੇ ਬਖਸ਼ ਕਰਾਇੰਦਾ ਪਿਆਰਾ, ਆਪੇ ਸੱਚ ਨੀਸ਼ਾਨ। ਬਖਸ਼ਿਸ਼ ਤੋਂ ਬਿਨਾਂ ਨਿਸ਼ਾਨ ਨਹੀਂ ਹੈ। ਤੇ ਜਪ ਬਾਣੀ ਦਾ ਦਰਸ਼ਨ ਕਰੋ ਜੀ। ਅਮੂਲ ਬਖਸ਼ੀਸ਼, ਅਮੁੱਲ ਨਿਸ਼ਾਨ, ਇਹ ਇਕੱਠੇ ਆਏ ਨੇ ਕਿ ਉਸ ਪ੍ਰਭੂ ਦੀ ਬਖਸ਼ਿਸ਼ ਤੇ ਨਿਸ਼ਾਨ ਦੋਨੋਂ ਇਕੱਠੀਆਂ ਚੀਜ਼ਾਂ ਨਾਲ ਚੱਲਦੀਆਂ ਨੇ। ਗੁਰੂ ਦੀ ਕਿਰਪਾ ਤੋਂ ਹੀ ਇਸ ਮਾਰਗ ਤੇ ਤੁਰਿਆ ਜਾਂਦਾ ਹੈ, ਉਸ ਤੋਂ ਬਖਸ਼ਿਸ਼ ਤੋਂ ਬਿਨਾਂ ਨਹੀਂ ਹੈ। ਆਪੇ ਹੁਕਮ ਵਰਤਦਾ ਪਿਆਰਾ, ਆਪੇ ਹੀ ਫਰਮਾਨ। ਉਹਦਾ ਹੀ ਹੁਕਮ ਹੈ, ਉਹਦਾ ਹੀ ਫਰਮਾਨ ਹੈ ਜਿਹੜਾ ਅਟਲ ਹੈ, ਜਿਹਦੇ ਵਿੱਚ ਸਾਨੂੰ ਰਹਿਣਾ ਪਏਗਾ। ਜੇ ਅੱਜ ਨਾ ਮੰਨੀਏ ਤੇ ਕੱਲ ਮੰਨਣਾ ਹੀ ਪਏਗਾ। ਇਸ ਕਰਕੇ ਉਹ ਵੱਡਾ ਹੈ ਤੇ ਉਹਦੇ ਫਰਮਾਨ ਨੂੰ ਮੰਨੀਏ ਜੀ। ਆਪੇ ਭਗਤ ਭੰਡਾਰ ਹੈ ਪਿਆਰਾ, ਆਪੇ ਦੇਵੈ ਦਾਨ। ਆਪੇ ਸੇਵ ਕਰਾਇੰਦਾ ਪਿਆਰਾ, ਆਪ ਦਿਵਾਵੈ ਮਾਣ। ਆਪੇ ਤਾੜੀ ਲਾਇੰਦਾ ਪਿਆਰਾ, ਆਪੇ ਗੁਣੀ ਨਿਧਾਨ। ਸਤਿਗੁਰ ਜੀ ਆਪੇ ਭਗਤ ਭੰਡਾਰ ਹੈ ਪਿਆਰਾ, ਆਪੇ ਦੇਵੈ ਦਾਨ। ਅਸੀਂ ਦਾਨ ਦੇ ਕੇ ਤੇ ਬਹੁਤ ਮਾਣ ਮਹਿਸੂਸ ਕਰਦੇ ਹਾਂ, ਪਰ ਦਾਨ ਉਹਦਾ ਹੀ ਤੇ ਦਿੱਤਾ ਹੋਇਆ ਸਾਨੂੰ। ਪ੍ਰਭੂ ਜੀ ਤੁਹਾਡੇ ਤੋਂ ਬਿਨਾਂ ਸਾਨੂੰ ਕੌਣ ਦੇ। ਆਪੇ ਸੇਵ ਕਰਾਇੰਦਾ ਪਿਆਰਾ, ਆਪ ਦਿਵਾਵੈ ਮਾਣ। ਸੇਵਾ ਵੀ ਤੁਸੀਂ ਕਰਾਉਣੀ ਹੈ। ਸਾਥ ਸੇਵਾ ਕੀਤੀ ਸਵਲ ਹੈ, ਜਿਤ ਸਤਿਗੁਰ ਕਾ ਮਨ ਮੰਨੈ। ਜਾਂ ਸਤਿਗੁਰ ਕਾ ਮਨ ਮਾਨਿਆ ਤਾਂ ਪਾਪ ਕਸਮਲ ਭੰਨੇ। ਤੇ ਜਿਹੜੀ ਸੇਵਾ ਸਫਲ ਹੋ ਗਈ, ਉਸ ਸੇਵਾ ਤੇ ਬੰਦਗੀ ਦਾ ਮਾਣ ਪ੍ਰਭੂ ਬਖਸ਼ਦਾ ਹੀ ਬਖਸ਼ਦਾ। ਇਹ ਸਤਿਗੁਰ ਜੀ ਦਾ ਬਿਰਦ ਹੈ। ਆਪੇ ਤਾੜੀ ਲਾਇੰਦਾ ਪਿਆਰਾ, ਆਪੇ ਗੁਣੀ ਨਿਧਾਨ। ਆਪੇ ਹੀ ਸੁਰਤ ਰੂਪੀ ਸ਼ਬਦ ਦੇ ਇਸ ਸਾਗਰ ਦੇ ਵਿੱਚ ਤਾੜੀ ਲਵਾਉਣ ਵਾਲਾ ਆਪ ਹੀ ਹੈ, ਤੇ ਆਪੇ ਗੁਣਾਂ ਦਾ ਖਜ਼ਾਨਾ ਬਖਸ਼ਣ ਵਾਲਾ ਹੈ ਜੀ। ਆਪੇ ਵੱਡਾ ਆਪ ਹੈ ਪਿਆਰਾ, ਆਪੇ ਹੀ ਪ੍ਰਧਾਨ। ਆਪੇ ਕੀਮਤ ਪਾਇੰਦਾ ਪਿਆਰਾ, ਆਪੇ ਤੁਲ ਪਰਵਾਨ। ਆਪੇ ਅਤੁਲ ਤੁਲਾਇੰਦਾ ਪਿਆਰਾ, ਜਨ ਨਾਨਕ ਸਦ ਕੁਰਬਾਨ। ਆਪੇ ਵੱਡਾ ਆਪ ਹੈ ਪਿਆਰਾ, ਆਪੇ ਹੀ ਪ੍ਰਧਾਨ। ਆਪੇ ਵੱਡੇ ਤੋਂ ਵੱਡਾ ਹੈ। ਆਪੇ ਕੀਮਤ ਪਾਇੰਦਾ ਪਿਆਰਾ, ਆਪੇ ਤੁਲ ਪ੍ਰਵਾਨ। ਸਾਨੂੰ ਤੋਲ ਕੇ ਸਾਡੀ ਫੈਸਲੇ ਵਾਲੀ ਬਿਰਤੀ, ਅੰਤਮ ਬੰਦਗੀ ਵਾਲੀ ਤੇ ਪਾਪਾਂ ਵਾਲੀ, ਉਹ ਪ੍ਰਵਾਨ ਕਰਨ ਵਾਲਾ ਸੱਚਾ ਆਪ ਹੀ ਹੈ, ਹੋਰ ਕੋਈ ਨਹੀਂ ਹੈ। ਆਪੇ ਅਤੁਲ ਤੁਲਾਇੰਦਾ ਪਿਆਰਾ, ਜਨ ਨਾਨਕ ਸਦ ਕੁਰਬਾਨ। ਅਤੁਲ ਤੁਲਾਇੰਦਾ, ਇਸ ਰੂਪ 'ਚ ਜਿਹੜੇ ਤੋਲੇ ਨਹੀਂ ਜਾ ਸਕਦੇ ਤੇ ਉਹਨਾਂ ਨੂੰ ਵੀ ਤੋਲ ਦਿੰਦਾ ਹੈ ਤੂੰ। ਭਾਵ ਕਿ ਵੱਡੇ ਤੋਂ ਵੱਡੇ ਅਹੰਕਾਰੀਆਂ ਨੂੰ ਵੀ ਮਾਰ ਕੇ ਦਰਲ ਮਰਲ ਕਰ ਦਿੰਦਾ। ਏਡੀ ਤਾਕਤ ਤੇਰੀ ਹੈ ਪ੍ਰਭੂ, ਤੇਰੇ ਅੱਗੇ ਕਿਸੇ ਦਾ ਵਸ ਨਹੀਂ ਚੱਲਦਾ। ਬਸ ਤੁਹਾਡੇ ਤੋਂ ਕੁਰਬਾਨ ਹੀ ਜਾ ਸਕਦੇ ਹਾਂ ਜੀ। ਸੂਰਠ ਮਹਿਲਾ ਚੌਥਾ, ਆਪੇ ਸੇਵਾ ਲਾਇੰਦਾ ਪਿਆਰਾ, ਆਪੇ ਭਗਤ ਉਮਾਹਾ। ਆਪੇ ਗੁਣ ਗਾਵਾਇੰਦਾ ਪਿਆਰਾ, ਆਪੇ ਸ਼ਬਦ ਸਮਾਹਾ। ਆਪੇ ਲੇਖਣ ਆਪ ਲਿਖਾਰੀ, ਆਪੇ ਲੇਖ ਲਿਖਾਹਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆਪੇ ਸੇਵਾ ਲਾਇੰਦਾ ਪਿਆਰਾ, ਆਪੇ ਭਗਤ ਉਮਾਹਾ। ਉਮਾਹਾ ਕਹਿੰਦੇ ਖੇੜਾ। ਭਗਤੀ ਸਾਰੇ ਕਰਦੇ ਨੇ, ਪਰ ਉਮਾਹਾ ਖੇੜੇ ਦੇ ਵਿੱਚ ਭਗਤੀ ਕਰਨੀ ਉਹ ਪ੍ਰਭੂ ਬਖਸ਼ਦਾ ਹੈ, ਜਿਹਦੇ ਵਿੱਚ ਹਰ ਜਨ ਨਾਚੋ ਹਰ ਹਰ ਧਿਆਏ। ਇਸ ਰੂਪ 'ਚ ਅੰਦਰ ਮਨ ਖਿੜ ਜਾਂਦਾ ਹੈ, ਵੇਖਦਾ ਹੈ, ਵਿਕਸਦਾ ਹੈ, ਖੁਸ਼ ਹੁੰਦਾ ਹੈ। ਸਤਿਗੁਰੂ ਜੀ ਇਹ ਉਮਾ ਬਖਸ਼ਣ ਵਾਲੇ। ਆਪੇ ਗੁਣ ਗਾਵਾਇੰਦਾ ਪਿਆਰਾ, ਆਪੇ ਸ਼ਬਦ ਸਮਾਹਾ। ਗੁਣ ਗਾਉਣ ਵਾਲੇ ਤੇ ਬਹੁਤ ਨੇ, ਪਰ ਗੁਣਾਂ ਨੂੰ ਗਾਉਂਦੇ ਗਾਉਂਦੇ ਸ਼ਬਦ 'ਚ ਸਮਾ ਜਾਏ, ਇਹ ਤੇ ਪ੍ਰਭੂ ਤੁਸੀਂ ਕਰ ਸਕਦੇ ਹੋ। ਆਪੇ ਹੀ ਸਮਾ ਸਕਦੇ ਹੋ, ਸਾਨੂੰ ਇਸ ਬਖਸ਼ਿਸ਼ ਦੇ ਉੱਤੇ ਤੋਰ ਸਕਦੇ ਹੋ। ਆਪੇ ਲੇਖਣ ਆਪ ਲਿਖਾਰੀ। ਸਾਡੇ ਜੇ ਲੇਖ ਮਾੜੇ ਵੀ ਹੈ ਨਾ, ਜੇ ਤੁਸੀਂ ਕਿਰਪਾ ਕਰ ਦਿਓ, ਅਸੀਂ ਤੁਹਾਨੂੰ ਕਹੀਏ ਸਤਿਗੁਰੂ ਜੀ ਸਾਡੇ ਲੇਖ ਹੀ ਬਦਲ ਦਿਓ, ਤੇ ਸਤਿਗੁਰੂ ਜੀ ਕਹਿੰਦੇ ਉਹੀ ਲਿਖਾਰੀ ਹੈ, ਤੇ ਫਿਰ ਉਹ ਲੇਖ ਬਦਲ ਵੀ ਸਕਦਾ। ਇਹ ਨਹੀਂ ਕਿ ਜਿਹੜਾ ਲਿਖਤਾ ਤੇ ਉਹ ਪੱਕਾ ਟਲ ਹੋ ਗਿਆ, ਉਹਦੇ ਕੋਲ ਬਿਲਕੁਲ ਪਈ ਹੈ ਕਲਮ, ਉਹਦੇ ਹੱਥ 'ਚ ਹੈ। ਆਪੇ ਹੀ ਲੇਖਣ ਆਪ ਲਿਖਾਰੀ, ਆਪੇ ਲੇਖ ਲਿਖਾਹਾ, ਤੇ ਫਿਰ ਉਹ ਲੇਖ ਵੀ ਬਦਲ ਸਕਦਾ ਹੈ। ਜੇ ਕੋਈ ਗੁਰੂ ਪਾਸੋਂ ਅਰਦਾਸ ਕਰਕੇ ਮੰਗੇ, ਉਹਦੇ ਹੱਥ ਹੀ ਸਭ ਹੈ ਜੀ। ਮੇਰੇ ਮਨ ਜਪ ਰਾਮ ਨਾਮ ਓ ਮਾਹਾ, ਅਨ ਦਿਨ ਆਨੰਦ ਹੋਵੇ ਵੱਡ ਭਾਗੀ।
ਬਣ ਕੇ ਬੰਦਗੀ ਨਾ ਕਰੋ। ਗੁਰੂ ਰਾਮਦਾਸ ਜੀ ਕਹਿੰਦੇ ਚਾਹ ਦੇ ਵਿੱਚ, ਪ੍ਰਸੰਨ ਹੋ ਕੇ, ਖੁਸ਼ ਦੇ ਵਿੱਚ, ਚੜ੍ਹਦੀ ਕਲਾ 'ਚ, ਉਮਾਹ ਦੇ ਵਿੱਚ, ਉਮੰਗ ਦੇ ਵਿੱਚ ਬੰਦਗੀ ਕਰੋ। ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਕਿੰਨਾ ਉਮਾਹ ਬਣਦਾ ਹੈ। ਇਸ ਕਰਕੇ ਪ੍ਰਭੂ ਨੂੰ ਕਹੋ ਕਿ ਪ੍ਰਭੂ ਬੰਦਗੀ ਵੀ ਚੰਗੀ ਲੱਗੇ, ਤਾਂ ਕਿ ਹਰ ਵਾਰੀ ਬੰਦਗੀ ਦੇ ਵਿੱਚ ਇਹ ਆਖੀਏ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ। ਐਸਾ ਉਮਾਹ ਬਣੇ ਅੰਦਰ। ਸਤਿਗੁਰੂ ਜੀ ਕਹਿੰਦੇ ਮੇਰੇ ਮਨ ਜਪ ਰਾਮ ਨਾਮ ਉਮਾਹਾ, ਉਹ ਮਾਹਾ ਪੜਨਾ ਹੈ ਇਸ ਰੂਪ ਦੇ ਵਿੱਚ ਹੀ। ਉੱਤੇ ਜਿਹੜਾ ਪੜਿਆ ਉਮਾਹਾ ਪੜਿਆ ਔਂਕੜ ਨਾਲ, ਇੱਥੇ ਉਹ ਮਾਹਾ ਹੈ, ਊੜੇ ਦਾ ਮੂੰਹ ਖੁੱਲਾ ਹੈ। ਅਨਦਿਨ ਅਨੰਦ ਹੋਵੈ ਵਡ ਭਾਗੀ, ਲੈ ਗੁਰਪੁਰੈ ਹਰ ਲਾਹਾ। ਕਹਿੰਦੇ ਜਿਹੜਾ ਇਸ ਰੂਪ ਦੇ ਵਿੱਚ ਧਿਆਉਂਦਾ ਹੈ, ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਇਸ ਰੂਪ 'ਚ ਉਹਦੇ ਮਨ 'ਚ ਉਹ ਪ੍ਰਭੂ ਵਸਦਾ ਤੇ ਉਹ ਲਾਹਾ ਲੈਂਦਾ ਹੈ ਜੀ। ਆਪੇ ਗੋਪੀ ਕਾਨ ਹੈ ਪਿਆਰਾ, ਬਨ ਆਪੇ ਗਊ ਚਰਾਹਾ। ਆਪੇ ਸਾਵਲ ਸੁੰਦਰਾ ਪਿਆਰਾ, ਆਪੇ ਵੰਸ ਵਜਾਹਾ। ਕੁਬਲੀਆ ਪੀੜ ਆਪ ਮਰਾਇਂਦਾ ਪਿਆਰਾ, ਕਰ ਬਾਲਕ ਰੂਪ ਪਚਾਹਾ। ਗੁਰੂ ਰਾਮਦਾਸ ਜੀ ਕਹਿੰਦੇ ਜੇ ਫਿਰ ਤੁਸੀਂ ਦੁਨੀਆ ਦੇ ਵੱਖ-ਵੱਖ ਪਸਾਰਿਆਂ ਇਤਿਹਾਸ ਦੇਖੋ ਤੇ ਉਹ ਵੀ ਉਹਦਾ ਹੀ ਰੂਪ ਹੈ। ਆਪੇ ਗੋਪੀ ਕਾਨ ਹੈ ਪਿਆਰਾ, ਕ੍ਰਿਸ਼ਨ ਜੀ ਨੂੰ ਬਣਾਉਣ ਵਾਲਾ ਵੀ ਉਹੀ ਹੈ। ਬਨ ਆਪੇ ਗਊ ਚਰਾਹਾ, ਆਪੇ ਹੀ ਗਊਆਂ ਚਰਾਉਣ ਵਾਲਾ। ਭਾਈ ਭਗਤ ਨਾਮਦੇਵ ਜੀ ਦਾ ਸ਼ਬਦ ਪੜ੍ਹ ਲਓ ਜੀ। ਧੰਨ ਧੰਨ ਉਹ ਰਾਮ ਬੇਨ ਬਾਜੇ, ਮਧੁਰ ਮਧੁਰ ਧੁਨ ਅਨਹਦ ਕਾਜੀ। ਧੰਨ ਧੰਨ ਤੂੰ ਮਾਤਾ ਦੇਵਕੀ, ਜੇ ਗ੍ਰਹਿ ਰਮਈਆ ਕਵਲਾਪਤੀ। ਧੰਨ ਧੰਨ ਬਨ ਖੰਡ ਬ੍ਰਿੰਦਾ ਬਨਾ, ਜਿਹੇ ਖੇਲੇ ਸ੍ਰੀ ਨਾਰਾਇਣਾ। ਬੇਨ ਬਜਾਏ ਗੋਦਨ ਚਰੈ, ਨਾਮੇ ਕਾ ਸੁਆਮੀ ਆਨੰਦ ਕਰੈ। ਪਰ ਉਸ ਰੂਪ 'ਚ ਇਹ ਕਹਿੰਦੇ ਕਿ ਦੁਨੀਆ ਦੇ ਲੋਕ ਤੇ ਇਸ ਕ੍ਰਿਸ਼ਨ ਜੀ ਨੂੰ ਵੇਖਣਗੇ। ਕਹਿੰਦੇ ਮੈਂ ਤੇ ਉਹਨੂੰ ਹੀ ਉਸ ਰੂਪ ਦੇ ਵਿੱਚ ਦੇਖ ਰਿਹਾ ਕਿ ਸਾਰਿਆਂ ਦੇ ਵਿੱਚ ਉਹਦੀ ਬੰਸਰੀ ਵੱਜੀ ਜਾ ਰਹੀ ਹੈ, ਸਾਰੀ ਉਹਦੀ ਬੇਨ ਵਜਾਈ ਜਾ ਰਹੇ ਨੇ। ਪਰ ਜਿਹੜਾ ਖੁਸ਼ ਹੁੰਦਾ ਨਾ ਬੰਦਗੀ ਦੇ ਵਿੱਚ, ਗੋਦਨ ਚਰੈ, ਉਹ ਉਮਾਹਾ ਲੈਂਦਾ ਹੈ। ਦੁਨੀਆ ਦੇ ਸਾਰੇ ਲੋਕ ਨਹੀਂ ਲੈਂਦੇ, ਸਿਰਫ ਗੋਦਨ ਜਿਹੜਾ ਉਹਦਾ ਬਣ ਗਿਆ। ਨਾਮੇ ਕਾ ਸੁਆਮੀ ਆਨੰਦ ਕਰੈ। ਔਰ ਜਿਹੜੇ ਦੁਨੀਆ ਦੇ ਸਿੱਖ ਭਾਵ ਜਿਗਿਆਸੂ ਬੰਦਗੀ ਕਰਨ ਵਾਲੇ ਰੱਬ ਦੀ ਬੰਦਗੀ ਚੋਂ ਖੁਸ਼ ਹੁੰਦੇ ਆ, ਨਾਮਦੇਵ ਕਹਿੰਦਾ ਮੈਂ ਉਹਨਾਂ ਨੂੰ ਵੇਖ ਵੇਖ ਕੇ ਪ੍ਰਸੰਨ ਹੁੰਦਾ। ਕਹਿੰਦੇ ਕੈਸੀ ਉਹਨਾਂ ਦੇ ਚਿਹਰੇ ਤੇ ਖੂਬਸੂਰਤੀ, ਅੰਦਰ ਕਿੰਨੀ ਠੰਡ ਹੈ। ਕਹਿੰਦੇ ਮੈਨੂੰ ਉਹਨਾਂ ਨੂੰ ਵੇਖ ਕੇ ਹੀ ਪ੍ਰਸੰਨਤਾ ਹੈ ਕਿ ਰੱਬ ਵਾਹ ਤੇਰੀ ਕੁਦਰਤ, ਸੁਭਾਨ ਹੈ ਤੂੰ, ਕਿ ਜਿਨ੍ਹਾਂ ਨੂੰ ਤੂੰ ਜਪਾਇਆ ਉਹਨਾਂ ਨੂੰ ਵੇਖ ਕੇ ਇੰਨੀ ਖੁਸ਼ੀ ਮਿਲਦੀ ਹੈ। ਪਰ ਜੇ ਇਸ ਰੂਪ 'ਚ ਤੈਨੂੰ ਜਪਣ ਲੱਗੀਏ ਤੇ ਕਿੰਨੀ ਕੁ ਖੁਸ਼ੀ ਮਿਲੇਗੀ। ਸੁਭਾਨ ਆਖਦੇ ਇਸ ਰੂਪ ਦੇ ਵਿੱਚ। ਆਪੇ ਗਊ ਚਰਾਹ, ਆਪੇ ਹੀ ਸਾਨੂੰ ਚਾਰਦਾ ਤੂੰ ਫਿਰਦਾ। ਆਪੇ ਸਾਵਲ ਸੁੰਦਰਾ ਪਿਆਰਾ, ਸਾਵਲ ਸੁੰਦਰ ਰਾਮ ਮਈਆ, ਮੇਰਾ ਮਨ ਲਾਗਾ ਦੋਹੇ, ਮੇਰਾ ਮਨ ਪ੍ਰਭੂ ਤੁਹਾਡੇ ਚਰਨਾਂ 'ਚ ਲੱਗ ਗਿਆ। ਆਪੇ ਵੰਸ ਵਜਾ, ਬਾਹਰੋਂ ਵੰਜਲੀ ਵਜਾਉਂਦੇ ਕ੍ਰਿਸ਼ਨ ਜੀ। ਕਹਿੰਦੇ ਸਾਡੇ ਵਿੱਚ ਨਾਮ ਦੀ ਅਨਹਦ ਧੁਨੀ ਵਜਾਉਣ ਵਾਲਾ ਵੀ ਉਹ ਰੱਬ ਹੈ ਜੀ। ਕੁਵਲੀਆ ਪੀੜ ਆਪ ਮਰਾਇੰਦਾ ਪਿਆਰਾ, ਇਹ ਹਾਥੀ ਦਾ ਨਾਮ ਸੀ ਜੀ। ਕੁਵਲੀਆ ਪੀੜ ਜਿਹੜਾ ਕੰਸ ਮਾਮੇ ਨੇ ਕ੍ਰਿਸ਼ਨ ਜੀ ਨੂੰ ਚੜਾਉਣ ਵਾਸਤੇ ਭੇਜਿਆ ਸੀ, ਉਸ ਹਾਥੀ ਤੋਂ ਬਚਾਉਣ ਵਾਲਾ। ਭਾਵ ਕਿ ਜਿਹੜਾ ਇਹ ਮਨ ਗੱਜ ਹੋਇਆ ਕਿ ਮੁਕਤ ਦੁਆਰਾ ਸੁੰਕੜਾ ਰਾਈ ਦਸਮੈ ਪਾਏ, ਮਨ ਤੋਂ ਮੈਗਲ ਹੋਏ ਗਿਆ ਨਿਕਸਿਆ ਕਿਉਂ ਕਰ। ਆ ਜਿਹੜਾ ਕੁਵਲੀਆ ਪੀੜ ਮਨ ਬਣਿਆ ਹੋਇਆ ਨਾ, ਇਹਨੂੰ ਵੀ ਦਲਨ ਤੇ ਮਲਣ ਵਾਲਾ ਉਹ ਪ੍ਰਭੂ ਆਪ ਹੀ ਹੈ। ਜਿਵੇਂ ਕੰਸ ਦਾ ਭੇਜਿਆ ਹੋਇਆ ਹਾਥੀ ਮਾਰ ਦਿੱਤਾ ਸੀ। ਕੁਵਲੀਆ ਪੀੜ ਆਪ ਮਰਾਇੰਦਾ ਪਿਆਰਾ, ਕਰ ਬਾਲਕ ਰੂਪ ਪਚਾਹ। ਕਹਿੰਦੇ ਕਿ ਕ੍ਰਿਸ਼ਨ ਜੀ ਬਾਲਕ ਸਨ, ਕਹਿੰਦੇ ਸਾਡਾ ਮਨ ਵੀ ਬਾਲ ਹੈ। ਉਹਨੂੰ ਬਚਾਉਣ ਵਾਲਾ ਉਹ ਪ੍ਰਭੂ ਹੀ ਹੈ ਜੀ। ਆਪ ਅਖਾੜਾ ਪਾਇੰਦਾ ਪਿਆਰਾ, ਕਰ ਵੇਖੈ ਆਪ ਚੋਜਾ। ਕਰ ਬਾਲਕ ਰੂਪ ਉਪਾਇੰਦਾ ਪਿਆਰਾ, ਚੰਦੂਰ ਕੰਸ ਕੇਸ ਮਾਰਾ। ਆਪੇ ਹੀ ਬਲ ਆਪ ਹੈ ਪਿਆਰਾ, ਬਲ ਭੰਨੈ ਮੂਰਖ ਮੁਗਦਾਹ। ਆਪ ਅਖਾੜਾ ਪਾਇੰਦਾ ਪਿਆਰਾ, ਕਰ ਵੇਖੈ ਆਪ ਚੋਜਾ, ਆਪ ਹੀ ਚੋਜ ਵੇਖ ਰਿਹਾ। ਬੰਦਗੀ ਕਰਨ ਵਾਲਿਆਂ ਉੱਤੇ ਦੁਨੀਆ ਦੇ ਲੋਕ ਹੱਲੇ ਬਹੁਤ ਕਰਦੇ ਨੇ, ਬੜੇ ਤੰਗ ਕਰਦੇ ਨੇ। ਕਿਵੇਂ ਕਰਦੇ ਨੇ? ਕਰ ਬਾਲਕ ਰੂਪ ਉਪਾਇੰਦਾ ਪਿਆਰਾ, ਬਾਲਕ ਬਾਲ ਕ੍ਰਿਸ਼ਨ ਜੀ ਛੋਟੀ ਉਮਰ ਦੇ ਵਿੱਚ ਸੀ। ਚੰਡੂਰ ਕੰਸ ਕੇਸ ਮਾਰਾਹ, ਕੰਸ ਮਾਮੇ ਨੇ ਚੰਡੂਰ ਤੇ ਕੇਸ ਨਾਮ ਦੇ ਦੋ ਪਹਿਲਵਾਨ ਭੇਜੇ ਮਾਰਨ ਵਾਸਤੇ। ਕਹਿੰਦੇ ਕੰਸ ਸਮੇਤ ਚੰਡੂਰ ਤੇ ਕੇਸ ਉਸ ਰੱਬ ਨੇ ਮਰਵਾ ਦਿੱਤੇ। ਕਹਿੰਦੇ ਤਿੰਨੋਂ ਹੀ ਮਰ ਗਏ। ਆਪੇ ਹੀ ਬਲ ਆਪ ਹੈ ਪਿਆਰਾ, ਬਲ ਭੰਨੈ ਮੂਰਖ ਮੁਗਦਾਹ। ਆਪੇ ਹੀ ਪ੍ਰਭੂ ਬੰਦਗੀ ਕਰਨ ਵਾਲਿਆਂ ਦਾ ਬਲ ਹੈ
ਤੇ ਬੰਦਗੀ ਕਰਨ ਵਾਲਿਆਂ ਤੇ ਜੋ ਵੀ ਹੱਲਾ ਕਰਦਾ ਹੈ, ਸਤਿਗੁਰੂ ਜੀ ਕਹਿੰਦੇ ਉਹਨਾਂ ਮੂਰਖ ਮੁਗਦਾਹਾਂ ਨੂੰ ਪ੍ਰਭੂ ਆਪ ਹੀ ਖਤਮ ਕਰਨ ਵਾਲੇ ਨੇ ਜੀ। ਸਭ ਆਪੇ ਜਗਤ ਉਪਾਇਂਦਾ ਪਿਆਰਾ, ਵਸ ਆਪੇ ਜੁਗਤ ਹਥਾ। ਗਲ ਜੇਵੜੀ ਆਪੇ ਪਾਇਂਦਾ ਪਿਆਰਾ, ਜੋ ਪ੍ਰਭ ਖਿੰਚੈ ਤਿਉ ਜਾਹਾ। ਜੋ ਘਰ ਬੈਸੋ ਪਚਸੀ ਪਿਆਰੇ, ਜਪ ਨਾਨਕ ਭਗਤ ਸਮਾਹਾ। ਸਭ ਆਪੇ ਜਗਤ ਉਪਾਇੰਦਾ ਪਿਆਰਾ, ਵਸ ਆਪੇ ਜੁਗਤ ਹਤਾਹਾ। ਸਾਰਾ ਕੁਝ ਆਪਣੇ ਹੱਥ ਦੇ ਵਿੱਚ, ਸਾਰੀ ਤਾਕਤ ਪ੍ਰਭੂ ਦੇ ਹੱਥ 'ਚ ਹੈ। ਮੰਗਣਾ ਆਏ ਪ੍ਰਭੂ ਕੋਲੋਂ, ਤੇ ਇਸ ਸਰੂਪ ਦੇ ਵਿੱਚ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ। ਗਲੇ ਹਮਾਰੇ ਜੇਵਰੀ ਜਿਹ ਖਿੱਚੈ ਤਿਹ ਜਾਉ। ਗਲ ਜੇਵੜੀ ਆਪ ਪਾਇੰਦਾ ਪਿਆਰਾ, ਜਿਉਂ ਪ੍ਰਭ ਖਿੰਚੈ ਤਾਉ ਜਾਹ। ਜਿੱਥੇ ਇਹ ਲੈ ਕੇ ਜਾਏ ਪ੍ਰਭੂ, ਇਸ ਰੂਪ 'ਚ ਕੂਕਰ ਬਣ ਜਾਈਏ। ਜੋ ਗਰਬੈ ਸੋ ਪਛਸੀ ਪਿਆਰੇ। ਜਿਹੜਾ ਅਹੰਕਾਰੀ ਇੱਥੇ ਆਏਗਾ, ਅਹੰਕਾਰ ਜਤਾਉਣ ਦਾ ਯਤਨ ਕਰੇਗਾ, ਉਹ ਪੱਚੇਗਾ, ਉਹ ਭਾਵ ਖਤਮ ਹੀ ਹੋਏਗਾ, ਉਹਦਾ ਵਿਨਾਸ਼ ਹੀ ਹੋਏਗਾ। ਜਪ ਨਾਨਕ ਭਗਤ ਸਮਾਹ। ਤੇ ਜਿਹੜਾ ਹੱਥ ਜੋੜ ਕੇ ਸਿਰ ਝੁਕਾ ਕੇ ਭਗਤੀ ਕਰਨ ਆਏਗਾ, ਉਹ ਪ੍ਰਭੂ ਦਾ ਰੂਪ ਹੋ ਜਾਏਗਾ, ਉਹਦੇ ਵਿੱਚ ਸਮਾ ਜਾਏਗਾ ਜੀ। ਸੂਰਠ ਮਹਿਲਾ ਚੌਥਾ। ਦੁੱਤ ਕੇ ਅਨਕ ਜਨਮ ਵਿਛੜੇ ਦੁਖ ਪਾਇਆ। ਦੇਖੋ ਜੀ, ਮਨ ਮੁਖ ਕਰਮ ਕਰੈ ਅਹੰਕਾਰੀ, ਸਾਧੂ ਪਰ ਸਤਿ ਪ੍ਰਭ ਪਾਇਆ। ਗੋਬਿੰਦ ਸ਼ਰਨ ਤੁਮਾਰੀ। ਇਹ ਜੀ ਹੁਣ ਸਿਰਲੇਖ ਦੋ ਤੁਕੇ ਹੋ ਗਿਆ, ਇਸ ਕਰਕੇ ਹੁਣ 3 ਤੁਕਿਆਂ ਦਾ ਸ਼ਬਦ ਨਹੀਂ ਹੈ, ਇਹ 2 ਤੁਕਿਆਂ ਦੀ ਹੁਣ ਇਹ ਸ਼ਬਦਾਂ ਦੀ ਪ੍ਰੀਤ ਹੈ, ਰੀਤ ਹੈ। ਸੋਰਠ ਮਹੱਲਾ ਚੌਥਾ। ਮਹੱਲਾ ਦੇ ਅੱਗੇ, ਮਾਂ ਦੇ ਅੱਗੇ 2 ਬਿੰਦੀਆਂ ਜੀ, ਇਹ ਮਹੱਲਾ ਦਾ ਹੀ ਸਿਰਲੇਖ ਹੈ, ਇਹਨੂੰ ਮਹੱਲਾ ਹੀ ਪੜ੍ਹਨਾ ਹੈ। ਅਨਕ ਜਨਮ, ਸਤਿਗੁਰੂ ਜੀ ਕਹਿੰਦੇ ਵਿਛੜੇ ਹੋਇਆ, ਤੇ ਭਗਤ ਰਵਿਦਾਸ ਜੀ ਵੀ ਕਹਿੰਦੇ ਅਨਕ ਕਿ ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ। ਅਨੇਕ ਜਨਮ ਵਿਛੜੇ ਦੁੱਖ ਪਾਇਆ, ਮਨਮੁਖ ਕਰਮ ਕਰੈ ਅਹੰਕਾਰੀ। ਅਹੰਕਾਰ 'ਚ ਹੀ ਇੱਥੋਂ ਚਲੇ ਗਏ। ਪਰ ਜਿਹੜੇ ਬੰਦਗੀ ਕਰਨ ਵਾਲੇ ਆ, ਉਹਨਾਂ ਨੂੰ ਵੇਖਦਿਆਂ ਹੀ ਸਤਿਗੁਰੂ ਜੀ ਕਹਿੰਦੇ ਠੰਡ ਪੈਂਦੀ ਹੈ। ਪਰ ਉਹਨਾਂ ਨੂੰ ਬੰਦਗੀ ਮਿਲੀ ਕਿੱਥੋਂ ਹੈ? ਕਹਿੰਦੇ ਗੁਰੂ ਕੋਲੋਂ। ਉਹ ਗੁਰੂ ਕੌਣ ਹੈ? ਉਹ ਗੁਰੂ ਸਾਧੂ ਹੈ। ਸਾਧੂ ਪਰਸਤ ਹੀ ਪ੍ਰਭ ਪਾਇਆ। ਇੱਥੇ ਇੱਕ ਸਾਧੂ ਗੁਰੂ ਨੂੰ ਆਖਿਆ, ਗੁਰੂ ਦੇ ਦਰਸ਼ਨ ਕੀਤਿਆਂ ਹੀ ਪ੍ਰਭੂ ਦੀ ਪ੍ਰਾਪਤੀ ਹੈ। ਗੋਬਿੰਦ ਸ਼ਰਨ ਤੁਮਾਰੀ। ਤੇ ਪ੍ਰਭੂ ਜੀ ਇਸ ਕਰਕੇ ਤੁਹਾਡੀ ਸ਼ਰਨ ਆਏ ਹਾਂ ਜੀ। ਗੋਬਿੰਦ ਪ੍ਰੀਤ ਲਗੀ ਅਤ ਪਿਆਰੀ, ਜਬ ਸਤ ਸੰਗ ਪਏ ਸਾਧੂ ਜਨ, ਹਿਰਦੈ ਮਿਲਿਆ ਸ਼ਾਂਤ ਮੁਰਾਰੀ ਰਹਾਉ। ਇਸ ਸਾਧੂ ਦੇ ਦਰਸ਼ਨ ਕੀਤੇ ਤੇ ਇਹ ਵੀ ਸਾਰੇ ਸਾਧੂ ਬਣ ਗਏ। ਤੇ ਫਿਰ ਜਦ ਇਹਨਾਂ ਸਾਧੂਆਂ ਦੇ ਦਰਸ਼ਨ ਕੀਤੇ ਤੇ ਮਨ ਨੂੰ ਸ਼ਾਂਤੀ ਮਿਲੀ। ਗੋਬਿੰਦ ਪ੍ਰੀਤ ਲਗੀ ਅਤ ਪਿਆਰੀ। ਇਹ ਬੜੀ ਪਿਆਰੀ ਪ੍ਰੀਤ ਹੈ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਕੈ। ਇਸ ਰੂਪ 'ਚ ਜਬ ਸਤ ਸੰਗ ਭਏ ਸਾਧੂ ਜਨ, ਜਿੱਥੇ ਸਾਧੂਆਂ ਦਾ ਸੰਗ ਹੋਏ ਉੱਥੇ ਜਾ ਕੇ ਬੈਠੇ। ਹਿਰਦੈ ਮਿਲਿਆ ਸ਼ਾਂਤ ਮੁਰਾਰੀ। ਪ੍ਰਭੂ ਸ਼ਾਂਤ ਮੁਰਾਰੀ ਮਿਲ ਪਿਆ ਜੀ। ਰਹਾਓ ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ, ਤੇਰਾ ਪਾਉ ਨਾ ਬੁਝੈ ਗਵਾਰੀ। ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ, ਗੁਣ ਗਾਵੇ ਗੁਣ ਵਿਚਾਰੀ। ਪ੍ਰਭੂ ਜੀ ਤੁਸੀਂ ਹਰ ਹਿਰਦੇ ਵਿੱਚ ਗੁਪਤ ਰੂਪ ਦੇ ਵਿੱਚ ਪ੍ਰਗਟ ਹੋ ਜਾਂਦੇ ਹੋ, ਪਰ ਇਹ ਵਿਚਾਰ ਨੂੰ ਕੋਈ ਗਾਵਾਰ ਨਹੀਂ ਬੁੱਝ ਸਕਦਾ। ਕੋਈ ਨਹੀਂ, ਨਾ ਬੁੱਝੇ ਗਾਵਾਰੀ। ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ, ਗੁਣ ਗਾਵੇ ਗੁਣ ਵਿਚਾਰੀ। ਜਿਹੜਾ ਗੁਣਾਂ ਨੂੰ ਗਾਉਂਦਾ, ਗੁਣਾਂ ਨੂੰ ਵਿਚਾਰਦਾ, ਉਹ ਫਿਰ ਮੂਰਖ ਗਾਵਾਰ ਨਹੀਂ ਰਹਿੰਦਾ, ਉਹ ਸਿਆਣਾ ਬਣ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਉਹਨੂੰ ਪ੍ਰਭੂ ਪ੍ਰਗਟ ਰੂਪ ਦੇ ਵਿੱਚ ਮਿਲ ਜਾਂਦਾ ਹੈ ਜੀ। ਗੁਰਮੁਖ ਪ੍ਰਗਾਸ ਭਇਆ ਸ਼ਾਂਤ ਆਈ, ਦੁਰਮਤ ਬੁੱਧ ਨਿਵਾਰੀ। ਆਤਮ ਬ੍ਰਹਮ ਚੀਨ ਸੁਖ ਪਾਇਆ, ਸਤ ਸੰਗਤ ਪੁਰਖ ਤੁਮਾਰੀ। ਅਧਿਕਤਰ ਸਾਡੇ ਮਨਾਂ ਦੇ ਵਿੱਚ ਦੁਰਮਤ ਬਹੁਤ ਹੈ, ਮੈਲੀ ਮਤ ਬਹੁਤ ਹੈ। ਥੋੜੇ ਜੀ ਸਾਨੂੰ ਚਿੰਗਾਰੀ ਦੇਣ ਦੀ ਲੋੜ ਹੈ। ਨਹੀਂ ਤੇ ਸੱਚੀ ਗੱਲ ਹੈ, ਕਈ ਵਾਰੀ ਤੇ ਚਿੰਗਾਰੀ ਵੀ ਨਹੀਂ ਮਿਲਦੀ ਤੇ ਅਸੀਂ ਇੰਨਾ ਕੁ ਧਾਨਕ ਰੂਪ ਬਣਾ ਲੈਂਦੇ ਹਾਂ। ਅਸੀਂ ਸਾਡੀ ਬੋਲ ਕਬੂਲ ਸੁਣਨਾ, ਸਾਡੇ ਸਰੀਰ ਦੀ ਜਿਹੜੀ ਰਫਤਾਰ ਕਿਵੇਂ ਬਦਲ ਜਾਂਦੀ ਹੈ। ਮਹਾਰਾਜ ਜੀ ਇਹ ਦੁਰਮਤ ਦਾ ਨਾਸ਼ ਕਰੋ। ਬੜਾ ਧਾਨਕ ਹੈ ਸਾਡੇ ਅੰਦਰ ਇਹ ਵਿਕਾਰ।
ਬੜੇ ਕ੍ਰੋਧੀ ਹੋ ਜਾਂਦੇ ਹਾਂ ਅਸੀਂ ਖਿੰਨ ਦੇ ਵਿੱਚ। ਔਰ ਸਾਨੂੰ ਇਹ ਪਤਾ ਹੈ ਕਿ ਕ੍ਰੋਧ ਤੇ ਵਾਰ-ਵਾਰ ਆਉਂਦਾ ਹੈ, ਆ ਕੇ ਚਲਾ ਜਾਂਦਾ ਹੈ, ਪਰ ਜਿਹੜਾ ਇੱਕ ਵਾਰੀ ਮਾੜਾ ਲਫ਼ਜ਼ ਜ਼ੁਬਾਨ ਤੋਂ ਨਿਕਲ ਕੇ ਕਿਸੇ ਦੇ ਅੰਦਰ ਨੂੰ ਵਿੰਨ ਗਿਆ ਨਾ, ਕਹਿੰਦੇ ਫਿਰ ਉਹ ਹਮੇਸ਼ਾ ਲਈ ਰਹਿੰਦਾ ਹੈ। ਉਹ ਬੰਦਾ ਨਹੀਂ ਭੁੱਲਦਾ, ਭਾਵੇਂ ਲੱਖ ਤੁਹਾਡੇ ਨਾਲ ਪਿਆਰ ਜਤਾਏ, ਉਹਨੂੰ ਇਹ ਰਹਿੰਦਾ ਕਿ ਇਹ ਇਵੇਂ ਬੋਲ। ਇਸ ਕਰਕੇ ਕ੍ਰੋਧ ਤੇ ਆਂਦਾ ਹੈ ਸਾਰਿਆਂ ਨੂੰ, ਪਰ ਮਹਾਰਾਜ ਜੀ ਇਹ ਦੁਰਮਤ ਹੀ ਵਿਸਾਰ ਦਿਓ, ਪਰ ਕਿੱਥੇ ਮਾੜਾ ਲਫ਼ਜ਼ ਨਾ ਨਿਕਲੇ, ਕਿੱਥੇ ਅਸੀਂ ਪੀ ਜਾਈਏ ਆਪਣੇ ਅੰਦਰ ਨੂੰ, ਅਣਡਿੱਠ ਕਰ ਜਾਈਏ। ਇਸ ਰੂਪ ਦੇ ਵਿੱਚ ਸਤਿਗੁਰੂ ਜੀ ਗੁਰਮੁਖ ਪ੍ਰਗਾਸ ਭਇਆ ਸ਼ਾਂਤ ਆਈ। ਗੁਰੂ ਦੇ ਸਨਮੁਖ ਇਹ ਵੀ ਮਤ ਮਿਲਦੀ ਹੈ ਕਿ ਅੰਦਰ ਸ਼ਾਂਤੀ ਆਉਂਦੀ ਹੈ। ਦੁਰਮਤ ਬੁੱਧ ਨਿਵਾਰੀ, ਇਹ ਮਾੜੀ ਮਤ ਤੋਂ ਪ੍ਰਭੂ ਜੀ ਨਿਵਾਰਨ ਕਰੋ ਤੁਸੀਂ। ਅਸੀਂ ਤੁਹਾਡੀ ਪ੍ਰੀਤ, ਤੁਹਾਡੀ ਰੀਤ ਨੂੰ ਸਮਝ ਜਾਈਏ। ਆਤਮ ਬ੍ਰਹਮ ਚੀਨ ਸੁਖ ਪਾਇਆ, ਸਤ ਸੰਗਤ ਪੁਰਖ ਤੁਮਾਰੀ। ਇੱਥੇ ਬੈਠ ਕੇ ਅਸੀਂ ਆਪਣੇ ਆਤਮ ਦੇ ਦਰਸ਼ਨ ਕੀਤੇ, ਆਪਣੇ ਮੈਂ ਦੇ, ਕਿ ਅਸੀਂ ਕੋਈ ਆਮ, ਦੇਖੋ ਕਿੰਨਾ ਕੁ ਦੁੱਖ ਹੁੰਦਾ ਅੱਜ ਟੀਵੀ ਤੇ ਵੇਖ ਕੇ, ਇੱਕ ਪਾਸੇ ਪੰਜਾਬੀ ਭਾਸ਼ਾ ਤੇ ਹਮਲਾ ਹੋ ਰਿਹਾ, ਪਟਿਆਲੇ ਦੇ ਵਿੱਚ ਪੰਜਾਬੀ ਭਵਨ ਦੇ ਵਿੱਚ, ਭਾਸ਼ਾ ਭਵਨ ਦੇ ਵਿੱਚ ਪੰਜਾਬੀ ਬੋਲੀ ਇਸ ਤਰ੍ਹਾਂ ਗੁਰਮੁਖੀ ਬੋਲੀ ਨੂੰ ਇਹ ਕਿਹਾ ਗਿਆ ਤੇ ਇਹ ਤੇ ਗਾਲੀ ਗਲੋਚ ਦੀ ਬੋਲੀ ਹੈ, ਸਿਰਫ ਮਾੜੇ ਲਫ਼ਜ਼ਾਂ ਦੀ ਬੋਲੀ ਹੈ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਲਿਖੀ ਜਾਏ ਤੇ ਇਸ ਰੂਪ ਦੇ ਵਿੱਚ ਹਿੰਦੀ, ਹਿੰਦੂ, ਹਿੰਦੁਸਤਾਨ ਕਹਿ ਕੇ ਕਿਸੇ ਦੀ ਬੋਲੀ ਤੇ ਨਹੀਂ ਹਮਲਾ ਕੀਤਾ ਜਾ ਸਕਦਾ ਨਾ। ਜਿਹੜੀ ਬੋਲੀ, ਜਿਹੜੀ ਪੰਜਾਬੀ ਸਾਰਿਆਂ ਨੂੰ ਕਲਾਵੇ, ਤੁਸੀਂ ਜਾਣਦੇ ਹੋਵੋਗੇ ਬੜੇ ਦਿਨਾਂ ਦੀ, ਇਹ ਪਿਛਲੇ 3 ਦਿਨਾਂ ਦੀ ਗੱਲ ਚੱਲ ਰਹੀ ਹੈ ਕਿ ਪੰਜਾਬੀ ਨੂੰ ਨਿਸ ਤੋਂ ਨਾਬੂਦ ਕਿੱਥੋਂ ਕੋਈ ਕਰ ਸਕਦਾ ਹੈ। ਇਹ ਤੇ ਭਾਈ ਸਾਰਿਆਂ ਦੇ ਰੋਮ ਦੇ ਵਿੱਚ ਵਸੀ ਹੋਈ ਹੈ। ਇਹ ਤੇ ਬਾਬਾ ਸ਼ੇਖ ਫਰੀਦ ਦੀ ਹੈ। ਇਹਨਾਂ ਲੋਕਾਂ ਨੂੰ ਕੌਣ ਸਮਝਾਏ ਕਿ ਭਾਈ ਇਹ ਪੰਜਾਬੀ ਇਕੱਲੇ ਸਿੱਖਾਂ ਦੀ ਨਹੀਂ ਹੈ। ਤੁਸੀਂ ਸਾਡੇ ਨਾਲ ਤੇ ਵੈਰ ਕਰ ਸਕਦੇ ਹੋ, ਪਰ ਇਹ ਸਮਝੋ ਇਹ ਪੰਜਾਬੀ ਇਕੱਲੇ ਸਿੱਖ ਪੱਗ ਬੰਨਣ ਵਾਲੇ ਨਹੀਂ ਬੋਲਦੇ, ਇਹ ਹਰ ਪੰਜਾਬੀ ਬੋਲਦਾ ਹੈ। ਇਹ ਪੰਜਾਬੀ ਬੋਲੀ ਦਾ ਦਾਇਰਾ ਬੜਾ ਵੱਡਾ ਹੈ, ਇਹ ਸਿੱਖਾਂ ਤੱਕ ਸੀਮਿਤ ਨਹੀਂ ਹੈ। ਅੱਜ ਜਿੱਥੇ ਜਿੱਥੇ ਪੰਜਾਬੀ ਗਿਆ ਹੋਇਆ, ਉੱਥੇ ਉੱਥੇ ਇਹ ਬੋਲੀ ਪਹੁੰਚ ਗਈ ਹੈ, ਜਿੱਥੇ ਜਿੱਥੇ ਉਹ ਹੈ। ਤੇ ਦੂਸਰਾ, ਟੀਵੀ ਤੇ ਵੱਡੇ ਬਣੇ ਫਿਰਦੇ ਆ ਸਿੰਗਰ, ਆਪਣੇ ਆਪ ਨੂੰ ਕੀ ਕੁਝ ਕਰੀ ਜਾ ਰਹੇ ਨੇ ਅੱਜ ਦੇਖੋ ਸੱਭਿਆਚਾਰ ਦੇ ਨਾਮ ਤੇ। 2-3 ਸਿੰਗਰ ਆਪਸ ਦੇ ਵਿੱਚ ਲੜ ਪਏ, ਕੋਈ ਉਹ ਨਿਊਜ਼ੀਲੈਂਡ ਤੋਂ ਆਇਆ, ਸਾਰੇ ਪੰਜਾਬ ਦਾ ਮਾਹੌਲ ਵਿਗਾੜ ਕੇ ਰੱਖ ਦਿੱਤਾ। ਸਤਿਗੁਰੂ ਜੀ ਕਹਿੰਦੇ ਇਹ ਬਣਾਉਣ ਵਾਸਤੇ ਨਹੀਂ ਤੁਹਾਨੂੰ ਇੱਥੇ ਭੇਜਿਆ, ਕੁਛ ਨਿਆਰਾ ਬਣਾਉਣ ਵਾਸਤੇ ਤੁਹਾਨੂੰ ਭੇਜਿਆ। ਤੁਸੀਂ ਨਿਆਰੇ ਬਣੋ, ਐਸੇ ਨਿਆਰੇ ਬਣੋ ਕਿ ਵਾਕਈ ਤੁਹਾਡੀ ਹੋਂਦ, ਤੁਹਾਡਾ ਹੋਣਾ, ਤੁਹਾਡੀ ਆਮਦ ਜਿੱਥੇ ਵੀ ਹੋਏ ਉਹ ਸਾਰਿਆਂ ਤੇ ਅਸਰ ਪਾਏ, ਬੜਾ ਚੰਗਾ ਅਸਰ ਪਾਏ। ਔਰ ਬਹੁਤ ਮਾੜਾ ਪ੍ਰਭਾਵ ਹੈ ਮੀਡੀਆ ਦਾ ਸਾਡੇ ਬੱਚਿਆਂ ਉੱਤੇ ਕਿ ਸਹਿਜ ਸੁਭਾਏ ਫੇਸਬੁੱਕ ਤੇ ਲਾਈਵ ਹੋ ਕੇ ਬੋਲ ਕਬੋਲ ਬੋਲ ਦੇਣਾ, ਨੰਗੀਆਂ ਗੰਦੀਆਂ ਗਾਲਾਂ ਕੱਢ ਦੇਣੀਆਂ, ਮਨ ਬੜਾ ਬਲੁੰਦਰਿਆ ਜਾਂਦਾ। ਫਿਰ ਉਹਨਾਂ ਲੋਕਾਂ ਨੂੰ ਤੇ ਇਹੀ ਚਾਹੀਦਾ, ਪਰ ਕੌਣ ਸਮਝੇ। ਦੇਖੋ ਕੱਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨਾ ਕਰੀਏ, ਵਾਰਿਸ ਸ਼ਾਹ ਇਸ਼ਕ ਮਿਜ਼ਾਜੀ ਦੀ ਗੱਲ ਕਰਦਾ ਹੈ, ਪਰ ਉਸ ਇਸ਼ਕ ਮਿਜ਼ਾਜੀ ਦੇ ਵਿੱਚ ਦੁਨੀਆ ਦੀਆਂ ਕਿੰਨੇ ਉਦਾਹਰਣਾਂ ਨੂੰ ਬਿਆਨ ਕਰ ਦਿੰਦਾ ਇਸ ਬੋਲੀ ਦੇ ਅੰਦਰ। ਇਹ ਵੀ ਅਮੀਰੀ ਹੈ ਜੀ ਇਸ ਬੋਲੀ ਦੀ। ਮੈਂ ਫਿਰ ਕਵਾਂ, ਇਹ ਇਕੱਲੇ ਸਿੱਖਾਂ ਤੱਕ ਸੀਮਿਤ ਨਹੀਂ ਹੈ ਇਹ ਗੱਲ। ਸਤਿਗੁਰੂ ਜੀ ਕਹਿੰਦੇ ਇਹ ਦੁਰਮਤ ਨੂੰ ਸਮਝੀਏ ਆਪਾਂ, ਇਹ ਅੰਦਰ ਦਾ ਪ੍ਰਕਾਸ਼, ਇਹਨੂੰ ਕਿਹਾ ਆਤਮ ਬ੍ਰਹਮ ਚੀਨ ਸੁਖ ਪਾਇਆ। ਆਪਣੀ ਹੋਂਦ ਨੂੰ ਸਮਝੀਏ, ਕੁਛ ਨਿਆਰਾ ਕਰੀਏ ਇੱਥੇ, ਕੁਛ ਦਿਨ ਰਾਤ। ਭਾਈ ਵੀਰ ਸਿੰਘ ਤੇ ਕਹਿੰਦੇ ਕਿ ਸਿੱਖ ਨੂੰ ਨੀਂਦ ਕਿਵੇਂ ਆ ਜਾਂਦੀ ਹੈ ਰਾਤੀ ਬਿਨਾਂ ਕੁਛ ਕੀਤਿਆਂ, ਕਿ ਉਹਦੇ ਅੰਦਰ ਇਹ ਆਗ ਹੀ ਨਹੀਂ, ਉਹਦੇ ਅੰਦਰ ਇਹ ਚਿਣਗ ਹੀ ਨਹੀਂ ਕਿ ਸਮਾਂ ਬਤੀਤ ਹੁੰਦਾ ਜਾ ਰਿਹਾ, ਮੈਂ ਕੀ ਕਰ ਰਿਹਾ। ਕਹਿੰਦੇ ਉਹਨੂੰ ਨੀਂਦ ਕਿਵੇਂ ਆ ਜਾਂਦੀ ਹੈ। ਇਸ ਕਰਕੇ ਆਤਮ ਬ੍ਰਹਮ ਚੀਨ ਸੁਖ ਪਾਇਆ, ਇਹ ਸਮਝੀਏ ਕਿ ਕੁਛ ਨਿਆਰਾ ਕਰਨ ਵਾਸਤੇ ਉਹਦੀ ਤਿਆਰੀ ਸ਼ੁਰੂ ਕਰੀਏ ਅੱਜ ਤੋਂ, ਉਸ ਚੰਗੇ ਵੱਲ ਤੁਰੀਏ। ਸਤਿਗੁਰੂ ਆਪ ਹੀ ਵੱਡਾ ਕਰਾਉਣਗੇ। ਸਤ ਸੰਗਤ ਪੁਰਖ ਤੁਮਾਰੀ। ਸਤਿਗੁਰੂ ਜੀ ਇਸ ਸੰਗਤ 'ਚ ਬੈਠ ਕੇ ਇਹ ਪ੍ਰਤੀਤ ਆਈ ਹੈ ਜੀ, ਪੁਰਖੈ ਪੁਰਖ ਮਿਲਿਆ ਗੁਰ ਪਾਇਆ, ਜਿਨ ਕਉ ਕਿਰਪਾ ਪਈ ਤੁਮਾਰੀ। ਨਾਨਕ ਅਤੁਲ ਸਹਿਜ ਸੁਖ ਪਾਇਆ, ਅਨ ਦਿਨ ਜਾਗਤ ਰਹਿ ਬਨਵਾਰੀ। ਪੁਰਖ ਆਖਿਆ ਮਨੁੱਖ ਨੂੰ, ਪੁਰਖ ਦੇ ਖੱਖੇ ਨੂੰ ਔਂਕੜ ਹੈ, ਉਹ ਪੁਰਖ ਆਖਿਆ ਕਰਤਾ ਪੁਰਖ। ਪੁਰਖ ਹੈ, ਪੁਰਖ ਮਿਲਿਆ ਗੁਰ ਪਾਇਆ। ਮਨੁੱਖ ਜਦ ਪੁਰਖ ਵਾਹਿਗੁਰੂ ਜੀ ਨੂੰ ਮਿਲ ਜਾਂਦਾ ਹੈ, ਰੂਬਰੂ ਹੋ ਜਾਂਦਾ ਹੈ, ਮਿਲਦਾ ਕਿਸ ਦੇ ਰਾਹੀਂ ਹੈ? ਗੁਰ ਪਾਇਆ, ਗੁਰੂ ਦੇ ਜਰੀਏ। ਇਹ ਗੁਰੂ ਹੀ ਸ਼ਬਦ ਹੈ ਜੀ,
जिनको कृपा भई तुम्हारी नानक अतुल सहज सुख पाया। ऐसा सुख मिलेगा ਜਿਹੜੇ ਦੁਨੀਆ ਦੇ ਪਦਾਰਥਾਂ ਦੇ ਸੁੱਖ ਤੋਂ ਬੜਾ ਪਰਾਈ ਹੈ। ਦੁਨੀਆ ਦੇ ਤੇ ਮੋਮੈਂਟਰੀ ਨੇ, ਇਹ ਅਤੁਲ ਹੈ, ਇਹਨੂੰ ਤੋਲਿਆ ਨਹੀਂ ਜਾ ਸਕਦਾ। ਅਨਦਿਨ ਜਾਗਤ ਰਹਿ ਬਨਵਾਰੀ, ਉਹਦੇ ਅੰਦਰ ਪ੍ਰਭੂ ਵਸ ਗਿਆ, ਉਹ ਰਾਤ ਦਿਨ ਹਮਲਿਆਂ ਤੋਂ ਜਾਗਤ ਰਹਿੰਦਾ ਹੈ ਜੀ। ਸੋਰਠ ਮਹਿਲਾ ਚੌਥਾ, ਹਰ ਸਿਉ ਪ੍ਰੀਤ ਅੰਤਰ ਮਨ ਬੇਦਿਆ, ਹਰ ਬਿਨ ਰਹਿਣ ਨਾ ਜਾਈ, ਜੋ ਮਛਲੀ ਬਿਨ ਨੀਰੈ ਬਿਨ ਸਹਿ, ਤਿਉ ਨਾਮੈ ਬਿਨ ਮਰ ਜਾਈ। ਇਹ ਬਾਣੀ ਦਿੰਦੀ ਹੈ ਜੀ ਅੰਦਰ ਦੀ ਤਾਕੀਦ, ਇਹ ਬਾਣੀ ਅੰਦਰ ਦੀ ਸਮਝ ਬਖਸ਼ਦੀ ਹੈ। ਸੋਰਠ ਮਹੱਲਾ ਚੌਥਾ, ਹਰ ਸਿਉ ਪ੍ਰੀਤ ਅੰਤਰ ਮਨ ਬੇਦਿਆ, ਮਨ ਵਿਨਿਆ ਗਿਆ, ਤੀਰ ਵੱਜ ਗਿਆ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਹਰ ਬਿਨ ਰਹਿਣ ਨਾ ਜਾਈ, ਹੁਣ ਰਿਹਾ ਨਹੀਂ ਜਾ ਸਕਦਾ। ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਆ ਸਿੱਖ ਬਾਣੀ ਤੋਂ ਬਿਨਾਂ ਸ਼ਾਂਤੀ ਨਹੀਂ ਪਾ ਸਕਦਾ ਜੀ। ਮੇਰੇ ਪ੍ਰਭੂ ਕਿਰਪਾ ਜਲ ਦੇਵੋ ਹਰ ਨਾਈ, ਹਉ ਅੰਤਰ ਨਾਮ ਮੰਗਾ ਦਿਨ ਰਾਤੀ, ਨਾਮੇ ਹੀ ਸ਼ਾਂਤ ਪਾਈ ਰਹਾਉ। जिस जल निध कारण तुम जग आए, सो अमृत गुर ते पाया। कृपा जल दे नानक सारंग को होए जाते तेरा नाय वासा। इस रूप च साहिब जी मेरे प्रभ कृपा जल देवो हर नाई, नाम दा जल दियो, नाम दी, क्योंकि जल ठंड ठंड पाउंदा है, अग नूं बुझाउण वाला है, अंदर अग बुझे क्रोध दी तृष्णा दी, ऐसा जल दियो। हाँ अंतर नाम मंगा दिन राती, नामे ही शांत पाई, नाम तो ही शांत है, मैं दिन राती नूं मंगा जी रहाओ। जो चात्रिक जल बिन दिल लावै, बिन जल प्यास न जाई, गुरमुख जल पावै सुख सहजे, हरिया पाए सुपाई। ਚਾਤ੍ਰਿਕ ਦੇ ਲਈ ਭਾਵੇਂ ਕਰੋੜਾਂ ਗੈਲਨ ਪਾਣੀ ਪਿਆ ਹੋਏ, ਸਮੁੰਦਰ ਦੇ ਸਮੁੰਦਰ, ਨਦੀਆਂ ਦੇ ਨਦੀਆਂ ਭਰੀਆਂ ਨੇ, ਪਰ ਉਹਨੂੰ ਸ਼ਾਂਤੀ ਪਾਉਂਦੀ ਚਾਹੀਦੀ। ਸਿੱਖ ਨੂੰ ਪ੍ਰਭੂ ਦੀ ਸੰਗਤ ਹੀ ਚਾਹੀਦੀ। ਭਾਵੇਂ ਇੱਥੇ ਐਂਟਰਟੇਨ ਦੇ ਬੜੇ ਸੋਰਸਿਸ ਨੇ, ਬਾਹਰ ਬੜਾ ਕੁਛ ਇੱਥੇ ਵਹਿਣ ਦੇ ਵਹਿਣ ਵੱਗੀ ਜਾ ਰਹੇ ਨੇ, ਬਹੁਤ ਕੁਛ ਹੈ, ਪਰ ਜਿਸ ਤਰ੍ਹਾਂ ਚਾਤ੍ਰਿਕ ਨੂੰ ਬਿਲ ਉਹ ਵਾਲਾ ਜਲ ਚਾਹੀਦਾ, ਸਿੱਖ ਨੂੰ ਆਹ ਵਾਲੀ ਸੰਗਤ ਚਾਹੀਦੀ। ਜਿਉਂ ਚਾਤ੍ਰਿਕ ਜਲ ਬਿਨ ਬਿਲ ਲਾਵੈ, ਬਿਨ ਜਲ ਪਿਆਸ ਨਾ ਜਾਈ, ਗੁਰਮੁਖ ਜਲ ਪਾਵੈ ਸੁਖ ਸਹਿਜੇ। ਗੁਰੂ ਦੇ ਸਨਮੁਖ ਸਿੱਖ ਇਹ ਅੰਮ੍ਰਿਤ ਜਲ ਦੀ ਪ੍ਰਾਪਤੀ ਕਰਦਾ, ਸਹਿਜੇ ਹੀ ਹਰਿਆ ਭਾਏ ਸੁਭਾਈ, ਉਹਦਾ ਅੰਦਰ ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ, ਖੇੜਾ ਹੋ ਜਾਂਦਾ ਹੈ ਜੀ। ਮਨ ਮੁਖ ਭੂਖੇ ਦਹਿ ਦਿਸ ਡੋਲੈ, ਬਿਰਨਾਵੈ ਦੁਖ ਪਾਈ, ਜਨਮ ਮਰੈ ਫਿਰ ਜੋਨੀ ਆਵੈ, ਦਰਗਹਿ ਮਿਲੈ ਸਜਾਈ। ਮਨ ਦੇ ਪੁੱਛੇ ਤੁਰਨ ਵਾਲੇ ਭੁੱਖੇ ਹੀ ਰਹਿੰਦੇ ਆ, ਦਿਨ ਰਾਤ ਉਹਨਾਂ ਦਾ ਮਨ ਡੋਲਦਾ ਹੈ, ਦੁੱਖ ਪਾਉਂਦਾ ਹੈ। ਜਨਮ ਮਰੈ ਫਿਰ ਜੋਨੀ ਆਵੇ, ਦਰਗਹਿ ਮਿਲੈ ਸਜ਼ਾਈ। ਜਨਮ ਬਾਰ-ਬਾਰ ਮਰਦੇ ਨੇ, ਦਰਗਾਹ ਦੇ ਵਿੱਚ ਵੀ ਸਜ਼ਾ ਹੈ, ਇੱਥੇ ਵੀ ਦੁੱਖ ਨੇ ਜੀ। ਕਿਰਪਾ ਕਰੈ ਤਾਂ ਹਰ ਗੁਣ ਗਾਵਹਿ, ਹਰ ਰਸ ਅੰਤਰ ਪਾਈ, ਨਾਨਕ ਦੀਨ ਦਇਆਲ ਪਏ ਹੈ, ਤ੍ਰਿਸ਼ਨਾ ਸ਼ਬਦ ਬੁਝਾਈ। ਕਿਰਪਾ ਕਰਨ ਪ੍ਰਭੂ ਜੀ ਤਾਂ ਇਹ ਹਰੀ ਪ੍ਰਭੂ ਦਾ ਰਸ, ਪ੍ਰਭੂ ਦੇ ਗੁਣ ਗਾ ਕੇ ਹੀ ਮਿਲੇਗਾ। ਕਿਰਪਾ ਕਰਹਿ ਤਾਂ ਹਰ ਗੁਣ ਗਾਵੇ, ਹਰ ਰਸ ਅੰਤਰ ਪਾਈ, ਨਾਨਕ ਦੀਨ ਦਇਆਲ ਭਏ ਹੈ, ਤ੍ਰਿਸ਼ਨਾ ਸ਼ਬਦ ਬੁਝਾਈ। ਇਹ ਤ੍ਰਿਸ਼ਨਾ ਸਿਰਫ ਔਰ ਸਿਰਫ ਪ੍ਰਭੂ ਦਾ ਸ਼ਬਦ ਹੀ ਬੁਝਾ ਸਕਦਾ ਹੈ, ਹੋਰ ਕੋਈ ਇਸ ਤਰ੍ਹਾਂ ਦੀ ਧਰਤੀ ਤੇ ਬੂਟੀ ਜਾਂ ਔਸ਼ਧੀ ਨਹੀਂ ਹੈ ਜਿਹੜੀ ਅੰਦਰ ਦੀ ਤ੍ਰਿਸ਼ਨਾ ਨੂੰ ਬੁਝਾਏ। ਸਤਿਗੁਰੂ ਜੀ ਮਿਹਰ ਕਰਨ। ਸਮਾਂ ਸਮਾਪਤ 2-4 ਮਿੰਟ ਵੱਧ ਲੈ ਲਏ। ਆਪ ਸੰਗਤਾਂ ਦਾ ਬਹੁਤ ਰਿਣੀ ਆ, ਬੜੇ ਪਿਆਰ ਦੇ ਵਿੱਚ ਜੁੜ ਕੇ ਆਪ ਬਾਣੀ ਦੇ ਵਿਚਾਰ